ਵਾਹਿਗੁਰੂ ਵਾਹਿਗੁਰੂ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਹੁ ਅੰਗਦ ਦੁਖ ਨਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜੁਨ ਵਿਗਨਨ ਕੇ ਨਾਸਕ ਵਿਗਨਨ ਕੇ ਨਾਸਕ ਸ੍ਰੀ ਹਰਿਗੋਬਿੰਦ ਸ਼ੁਭ ਸਮਤ ਪ੍ਰਗਾਸ਼ਕ ਸ੍ਰੀ ਹਰਿ ਰਾਏ ਨਾਮ ਕਰ ਜੋਰੀ ਨਾਮ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਮੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜਿਉ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਦਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦ ਬਾਰ ਬਾਰ ਜਗਦੀਸ਼ਾ ਜਹ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਧੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੈ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ परचत करत शिकार को दूर गए जगन्नाथ नाद को लाहल गैल में दुदम्ब तुपकन साथ। वाहिगुरु जी का खालसा वाहिगुरु जी की फतेह।
ਜੁਗੋ ਜੁਗ ਅਟਲ ਸਹਿਬ ਸਤਿਗੁਰੂ, ਵਾਲੀਏ ਕੁਲ ਜਹਾਨ ਹਜ਼ੂਰੇ ਅਨਵਰ, ਸਰਬ ਸ਼ਕਤੀਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਗੁਰੂ ਕੇ ਪਿਆਰ ਵਾਲੇ ਸਤ ਸੰਗੀ ਜਨੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰਮਤ ਸਦਕਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ਾਂ ਸਦਕਾ, ਸ਼ਾਮ ਵੇਲੇ ਦੇ ਦੀਵਾਨ ਅੰਦਰ ਧੰਨ 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 ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀਵਨ ਕਥਾ, ਜੋ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਮੁਤਾਬਕ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜੋ ਆਪ ਜੀਆਂ ਨੇ ਸਰਵਣ ਕੀਤਾ ਕਿ ਪਹਾੜੀ ਰਾਜਿਆਂ ਦੇ ਅੰਦਰ ਕਿਤੇ ਨਾ ਕਿਤੇ ਇਹ ਭੈ ਬਣਿਆ ਹੋਇਆ ਹੈ ਕਿ ਖਾਲਸਾ ਸਤਿਗੁਰੂ ਜੀ ਕੇ ਸਿੱਖ ਯੋਧੇ ਜਵਾਨ ਬੜੇ ਵੀਰ ਰਸੀਏ ਹਨ ਅਤੇ ਆਪਣੇ ਵੱਲੋਂ ਆਪਣੀ ਤਾਕਤ ਦੇ ਸਦਕਾ, ਆਪਣੇ ਬਲ ਸਦਕਾ ਕਿਤੇ ਸਾਡੇ ਰਾਜ ਭਾਗ ਨੂੰ ਸਦੀਵੀ ਕਾਲ ਲਈ ਖਤਮ ਨਾ ਕਰ ਦੇਣ। ਪਹਾੜੀਏ ਵਿਉਂਤਬੰਦੀ ਆਪਣੇ ਆਪ ਵਿੱਚ ਰਲ ਕੇ ਕਰਦੇ ਨੇ ਕਿ ਜਿਸ ਤਰ੍ਹਾਂ ਕੋਈ ਇਹ ਸੋਚ ਲਵੇ ਕਿ ਜਿਹੜਾ ਛੋਟਾ ਬੂਟਾ ਹੈ, ਅਜੇ ਬੋਹੜ ਦਾ ਦਰਖਤ ਛੋਟਾ ਪਲਦਾ ਹੋਵੇ ਅਤੇ ਉਸ ਨੂੰ ਜੜ੍ਹਾਂ ਤੋਂ ਪੱਟ ਕੇ ਉਹ ਖੇਡ ਕੇ ਸਿੱਟਣਾ ਬੜਾ ਸੌਖਾ ਹੋ ਜਾਂਦਾ ਹੈ। ਪਰ ਜੇ ਉਹ ਬੋਹੜ ਦਾ ਦਰਖਤ ਵੱਡਾ ਬਣ ਜਾਏ, ਫਿਰ ਦਰਖਤ ਹਿਲਾਇਆ ਵੀ ਹਿੱਲਦਾ ਨਹੀਂ। ਜੇਕਰ ਅੱਗ ਦੀ ਚੰਗਿਆਰੀ ਛੋਟੀ ਹੋਵੇ, ਉਸ ਨੂੰ ਬੁਝਾਉਣਾ ਸੌਖਾ ਹੈ, ਅਤੇ ਜੇਕਰ ਉਹੀ ਅੱਗ ਜੰਗਲ ਦੇ ਵਿੱਚ ਲੱਗ ਕੇ ਅੰਬਲੀਆ ਮੇਟ ਕਰ ਦੇਵੇ, ਫਿਰ ਉਹ ਜੰਗਲ ਦੀ ਅੱਗ ਨੂੰ ਬੁਝਾਉਣਾ ਬੜਾ ਔਖਾ ਹੋ ਜਾਂਦਾ ਹੈ। ਜੇਕਰ ਸ਼ੇਰ ਦਾ ਬੱਚਾ ਛੋਟਾ ਹੋਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ, ਪਰ ਜੇ ਉਹੀ ਸ਼ੇਰ ਕਹਿਰ ਬੱਬਰ ਸ਼ੇਰ ਬਣ ਜਾਏ, ਫਿਰ ਉਸ ਨੂੰ ਵਸ ਵਿੱਚ ਕਰਨਾ ਬੜਾ ਔਖਾ ਹੋ ਜਾਂਦਾ ਹੈ। ਪਹਾੜੀਏ ਰਾਜੇ ਕੁਝ ਇਸ ਤਰ੍ਹਾਂ ਦੀ ਵਿਉਂਤਬੰਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਲਈ, ਗੁਰਸਿੱਖਾਂ ਵਾਸਤੇ ਕਰਦੇ ਨੇ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਵਿੱਚ ਘੋੜੇ ਦੀ ਸਵਾਰੀ, ਸ਼ਿਕਾਰ ਦਾ ਖੇਡਣਾ ਔਰ ਸੀਸ ਉੱਪਰ ਚੌਰ ਸਾਹਿਬ, ਬਾਦਸ਼ਾਹਾਂ ਦੀਆਂ ਵੱਡੀਆਂ ਨਿਸ਼ਾਨੀਆਂ ਜੋ ਹਨ, ਕਿਤੇ ਨਾ ਕਿਤੇ ਉਹਨਾਂ ਪਹਾੜੀ ਰਾਜਿਆਂ ਨੂੰ ਇਹ ਗੱਲਾਂ ਚੁੱਭਦੀਆਂ ਸਨ ਕਿ ਉਹ ਸ਼ਿਕਾਰ ਨਾ ਕਰਨ, ਉਹ ਘੋੜੇ 'ਤੇ ਸਵਾਰ ਨਾ ਹੋਣ, ਔਰ ਉਹ ਇਸ ਤਰ੍ਹਾਂ ਨਗਾਰਾ ਵਜਾ ਕੇ, ਜੋ ਰਣਜੀਤ ਨਗਾਰਾ ਵਜਾ ਕਰਕੇ ਸਾਹਿਬ ਚੱਲਦੇ ਨੇ ਔਰ ਫਿਰ ਸ਼ਿਕਾਰ ਖੇਡਣ ਵਾਸਤੇ ਤੁਰਦੇ ਹਨ। ਇਹਨਾਂ ਗੱਲਾਂ ਨੂੰ ਕਿਤੇ ਨਾ ਕਿਤੇ ਮਹਿਸੂਸ ਕਰਦੇ ਸਨ ਉਹ ਪਹਾੜੀ ਰਾਜੇ, ਜਿਸ ਕਰਕੇ ਵਿਉਂਤਬੰਦੀ ਬਣਾਉਂਦੇ ਰਹਿੰਦੇ ਨੇ। ਔਰ ਇਹ ਗੱਲ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖ ਦੂਣ ਸਵਾਏ ਰੋਜ਼ ਵੱਧਦੇ ਨੇ। ਸਾਹਿਬ ਆਪ ਸ਼ਿਕਾਰ ਖੇਡਣ ਵਾਸਤੇ ਨਿਕਲਦੇ ਹਨ, ਰਣਜੀਤ ਨਗਾਰਾ ਵੱਜਦਾ ਹੈ, ਨਾਲ ਯੋਧੇ ਜੁਝਾਰੂ ਵੀਰ ਹਨ, ਔਰ ਕਿਸ ਤਰ੍ਹਾਂ ਸ਼ਿਕਾਰ ਖੇਡਦੇ ਨੇ। ਪਰ ਪਹਾੜੀ ਰਾਜਿਆਂ ਦੇ ਮਨ ਵਿੱਚ ਜਿਹੜੀ ਮਹਿਲ ਹੈ, ਉਹ ਜ਼ਾਹਰ ਹੁੰਦੀ ਹੈ ਉਦੋਂ, ਉਸ ਟਾਈਮ ਜਦੋਂ ਸ਼ਿਕਾਰ ਖੇਡਣ ਵਾਸਤੇ ਜਾਂਦੇ ਹੋਏ ਸਤਿਗੁਰੂ ਔਰ ਗੁਰੂ ਕੇ ਸਿੱਖਾਂ ਦੇ ਨਾਲ ਆਲਮ ਚੰਦ ਅਤੇ ਬਲੀਆ ਚੰਦ ਵਰਗੇ ਜੰਗ ਛੇੜ ਲੈਂਦੇ ਨੇ, ਯੁੱਧ ਛੇੜ ਲੈਂਦੇ ਨੇ, ਅਤੇ ਫਿਰ ਉਸ ਨੂੰ ਉਹਨਾਂ ਨੂੰ ਜਿਸ ਤਰ੍ਹਾਂ ਮੂੰਹ ਦੀ ਖਾਣੀ ਪੈਂਦੀ ਹੈ। ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸ਼ਬਦ ਨਾਲ ਜੁੜੀਏ। ਉਚਾਰਨ ਕਰੋ, ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ परचत करत शिकार को दूर गए जगन्नाथ। जगत दे नाथ वालिए कुल जहान हजूरे अनवर सतगुरु धन 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 गुरु गोबिंद सिंह महाराज सच्चे पातशाह जी अपने सिख जवानां दे नाल शिकार खेलण वास्ते
ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਤੁਰੇ ਹਨ। ਨਾਦ ਕੋਲਾਹਲ ਗੈਲ ਮਹਿ ਦੁਦੰਬ ਤੁਪਕਨ ਸਾਥ। ਜਿੱਥੇ ਰਣਜੀਤ ਨਗਾਰੇ ਵੱਜਦੇ ਨੇ, ਜਿੱਥੇ ਖਾਸ ਉਤਸ਼ਾਹ ਵਰਤਿਆ ਜਾਂਦਾ ਹੈ, ਔਰ ਉਹਨਾਂ ਜੁਝਾਰੂਆਂ ਦੇ ਹਿਰਦੇ ਵਿੱਚ ਔਰ ਉਹਨਾਂ ਦੇ ਡੋਲੇ ਫੜਕ ਰਹੇ ਹਨ। ਚਉਪਈ ਨਿਕਟ ਰਹਿਓ ਰਾਜਨ ਕੋ ਡੇਰਾ। ਜਦੋਂ ਸਾਹਿਬ ਸ਼ਿਕਾਰ ਖੇਡਦੇ ਨੇ ਤੇ ਇਤਿਹਾਸਕਾਰ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਨੇੜੇ ਰਾਜਿਆਂ ਦੇ ਡੇਰੇ ਸਨ। ਉਹਨਾਂ ਦੇ ਦਿਲਾਂ ਵਿੱਚ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਔਰ ਗੁਰੂ ਖਾਲਸੇ ਦੇ ਪ੍ਰਤੀ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਹੀਨ ਭਾਵਨਾ ਬਣੀ ਹੋਈ ਸੀ। ਜਿਨ ਕੇ ਮਨ ਹੰਕਾਰ ਬਡੇਰਾ। ਉਹ ਪਹਾੜੀਏ, ਉਹ ਰਾਣੇ ਜਿਹੜੇ ਸਨ, ਜਿਨ੍ਹਾਂ ਦੇ ਅੰਦਰ ਬੜਾ ਹੀ ਹੰਕਾਰ ਸਿਰ ਤੇ ਚੜਿਆ ਹੋਇਆ ਹੈ। ਬਲੀਆ ਚੰਦ ਸੋ ਆਲਮ ਚੰਦ। ਉਹਨਾਂ ਦੇ ਨਾਮ ਕਵੀ ਜੀ ਦੱਸਦੇ ਨੇ, ਇੱਕ ਦਾ ਨਾਮ ਹੈ ਬਲੀਆ ਚੰਦ ਤੇ ਦੂਸਰੇ ਦਾ ਨਾਂ ਆਲਮ ਚੰਦ ਜਾਣੋ ਜੀ। ਸੁਨ ਤੁਨ ਕੋਤ ਸਾਹਿਬ ਲੰਦ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੀ ਆਵਾਜ਼, ਗੁਰੂ ਕਲਗੀਧਰ ਪਾਤਸ਼ਾਹ ਦੇ ਘਰ ਦੀ ਰਣਜੀਤ ਨਗਾਰੇ ਦੀ ਆਵਾਜ਼ ਔਰ ਉਹਨਾਂ ਘੋੜਿਆਂ ਦੇ ਪੌਰਾਂ ਦੇ ਆਵਾਜ਼ ਬਲੀਆ ਚੰਦ ਤੇ ਆਲਮ ਚੰਦ ਵਰਗੇ ਸੁਣਦੇ ਨੇ, ਹੈਰਾਨ ਹੁੰਦੇ ਨੇ, ਵੇਖਦੇ ਹਨ। ਤੂਰਨ ਤਿਆਰ ਹੋਏ ਅਸਵਾਰਾ। ਉਹਨਾਂ ਤੁਰੰਤ ਆਪਣੀ ਤਿਆਰੀ ਕਰ ਲਈ। ਉਹਨਾਂ ਸੋਚਿਆ, ਵਾਹ ਵਾਹ, ਗੁਰੂ ਜੀ ਕੇ ਸਿੱਖ ਤੇ ਸਤਿਗੁਰੂ ਜੀ ਆਪ ਨਾਲ ਹਨ, ਸਾਨੂੰ ਮੌਕਾ ਬਣੇਗਾ, ਅਸੀਂ ਜੰਗ ਕਰ ਲਵਾਂਗੇ ਔਰ ਅਸੀਂ ਇੱਥੋਂ ਵਿਜੇ ਪ੍ਰਾਪਤ ਕਰਕੇ ਜਾਵਾਂਗੇ, ਸਾਨੂੰ ਜਿੱਤ ਮਿਲੇਗੀ। ਜਿਹੜਾ ਕੰਮ ਵੱਡੀ ਹਕੂਮਤ ਤੋਂ ਨਹੀਂ ਸਰਿਆ, ਜਿਹੜਾ ਕੰਮ ਰਾਜਾ ਭੀਮ ਚੰਦ ਪਹਾੜੀਆ ਨਹੀਂ ਕਰ ਸਕਿਆ, ਜਿਹੜਾ ਕੰਮ ਵੱਡੇ ਵੱਡੇ ਰਾਜੇ ਉਮਰਾਵਾਂ ਪਾਸੋਂ ਨਹੀਂ ਸਰਿਆ, ਉਹ ਅਸੀਂ ਬਹੁਤ ਛੇਤੀ ਨਿਬੇੜ ਲਵਾਂਗੇ। ਜਿਨ ਕੇ ਸੰਗ ਸਿਪਾਹੀ ਹਜ਼ਾਰਾ। ਔਰ ਜਿਨ੍ਹਾਂ ਦੇ ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਸਿਪਾਹੀ ਹਨ। ਬਲੀਆ ਚੰਦ ਤੇ ਆਲਮ ਚੰਦ ਦੇ ਪਾਸ ਸੈਨਾ ਘੱਟ ਨਹੀਂ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਉਹਨਾਂ ਦੇ ਪਾਸ ਹਜ਼ਾਰਾਂ ਦੀ ਤਾਦਾਦ ਵਿੱਚ ਸੈਨਿਕ ਮੌਜੂਦ ਨੇ ਜੀ। ਚਾਹੇ ਬਹਾਦਰੀ ਕਰਨ ਦਿਖਾਵਨ। ਉਹ ਵੀ ਚਾਹੁੰਦੇ ਨੇ ਕਿ ਅਸੀਂ ਆਪਣਾ ਬਹਾਦਰੀ ਕਿਤੇ ਨਾ ਕਿਤੇ ਵਿਖਾਈਏ, ਕਿਉਂਕਿ ਸਾਧ ਸੰਗਤ ਇਹ ਸੁਭਾਵਿਕ ਹੀ ਹੈ ਕਿ ਜਿਹੜਾ ਬਹੁਤਾ ਮਾੜਾ ਹੋਵੇ ਉਹ ਇਹ ਵੇਖਦਾ ਹੈ ਕਿ ਕਦੋਂ ਮੈਨੂੰ ਮੌਕਾ ਮਿਲੇ, ਕਦੋਂ ਮੇਰਾ ਇਹ ਮੌਕਾ ਦਾ ਲੱਗੇ ਤੇ ਮੈਂ ਵੀ ਕੋਈ ਨਾ ਕੋਈ ਦਾ ਖੇਡ ਜਾਵਾਂ, ਲੋਕਾਂ ਵਿੱਚ ਇਹ ਹੋਵੇ ਕਿ ਬਈ ਇਹ ਵੀ ਬੜਾ ਤਾਕਤਵਰ ਹੈ, ਬੜਾ ਬਲ ਵਾਲਾ ਹੈ। ਇਸ ਤਰ੍ਹਾਂ ਆਲਮ ਚੰਦ ਤੇ ਬਲੀਏ ਚੰਦ ਨੇ ਵੀ ਸੋਚਿਆ ਕਿ ਹੁਣ ਵਾਹਵਾ ਮੌਕਾ ਲੱਗੇਗਾ। ਗੁਰੂ ਜੀ ਦਾ ਸ਼ਿਕਾਰ ਖੇਡਣ ਹੀ ਆਏ ਹੋਏ ਨੇ, ਨਾਲ ਕੁਝ ਗਿਣਤੀ ਦੇ ਸਿੱਖ ਹਨ, ਪਰ ਸਾਡੇ ਪਾਸ ਤਾਂ ਬਹੁਤ ਸੈਨਾ ਹੈ, ਸਾਨੂੰ ਤਾਂ ਚੰਗਾ ਇਹ ਮੌਕਾ ਲੱਗਿਆ ਹੈ। ਕਹੈ ਪਰਸ ਪਰ ਪਾਵਨ ਪਾਵਨ। ਔਰ ਆਪਣੇ ਮਨੋ ਮਨ ਵਿੱਚ ਬੜੀਆਂ ਖੁਸ਼ੀਆਂ ਨੇ, ਬੜੀਆਂ ਕਟੀਆਂ ਗਿਣਦੇ ਨੇ ਕਿ ਆ ਤਾਂ ਵਾਹਵਾ ਚੰਗੀ ਗੱਲ ਫਬ ਗਈ। ਜੰਗ ਕਰਨ ਕੋ ਉਰ ਹੰਕਾਰੀ। ਜੰਗ ਕਰਨ ਵਾਸਤੇ ਅੰਦਰ ਹੰਕਾਰ ਹੈ। ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਔਰ ਉਹਨਾਂ ਸਿੰਘਾਂ ਦੀ ਖਾਤਰ ਇਹ ਅੰਦਰੋਂ ਅੰਦਰ ਹੀਨ ਭਾਵਨਾ ਰੱਖਦੇ ਹੋਏ ਮਹਿਸੂਸ ਕਰ ਰਹੇ ਨੇ ਕਿ ਆ ਬੜਾ ਚੰਗਾ ਮੌਕਾ ਲੱਗਿਆ। ਗੁਰੂ ਜੀ ਤਾਂ ਜੰਗ ਕਰਨ ਵਾਸਤੇ ਨਹੀਂ ਆਏ, ਸਾਹਿਬ ਤਾਂ ਸ਼ਿਕਾਰ ਖੇਡਣ ਹੀ ਆਏ ਨੇ, ਪਰ ਹੁਣ ਅਸੀਂ ਇਹਨਾਂ ਦੇ ਨਾਲ ਜੰਗ ਕਰਕੇ ਆਪਣਾ ਬਦਲਾ ਲੈ ਲਵਾਂਗੇ। ਆਏ ਸਮੁਖ ਚਮੂਲੇ ਸਾਰੀ। ਗੁਰੂ ਜੀ ਦੇ ਸਾਹਮਣੇ ਆ ਕੇ ਖੜ ਗਏ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਗੁਰਮੁਖੋ, ਉਹ ਪਹਾੜੀਏ ਜਿਹੜੇ ਜੰਗ ਦਾ ਮੈਦਾਨ ਛੱਡ ਛੱਡ ਕੇ ਭੱਜੇ ਨੇ, ਜਿਨ੍ਹਾਂ ਨੂੰ ਭਾਵ ਉੱਥੇ ਖੜਨ ਨੂੰ ਜਗ੍ਹਾ ਨਹੀਂ ਮਿਲੀ, ਜਿਨ੍ਹਾਂ ਨੇ ਰਣ ਦੇ ਮੈਦਾਨ ਵਿੱਚ ਪਿੱਠ ਵਿਖਾਉਣ ਵਿੱਚ ਦੇਰੀ ਨਹੀਂ ਲਾਈ, ਅੱਜ ਉਹ ਬਹਾਦਰ ਬਣ ਕੇ, ਯੋਧੇ ਬਣ ਕੇ, ਜਵਾਨ ਬਣ ਕੇ, ਜਰਨੈਲ ਬਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਯੋਧਿਆਂ ਦੇ ਸਾਹਮਣੇ ਆ ਕੇ ਖਲੋ ਗਏ ਹਨ। ਮਿਲੇ ਆਨ ਕਰ ਅਨਕ ਪਹਾੜੀ। ਮਿਲੇ ਨੇ ਸਾਹਮਣੇ ਹੋ ਕਰਕੇ ਅਨੇਕ ਪਹਾੜੀ ਰਾਜੇ ਅਤੇ ਉਹਨਾਂ ਦੇ ਸੈਨਿਕ ਜੀ। ਤੁਪਕ ਚਲਨ ਲਾਗੀ ਤਿਸ ਬਾਰੀ। ਦੋਨਾਂ ਪਾਸਿਆਂ ਤੋਂ ਗੋਲੀ ਚੱਲਣੀ ਆਰੰਭ ਹੋ ਗਈ, ਵਿਰੋਧ ਮਚਣਾ ਸ਼ੁਰੂ ਹੋ ਗਿਆ। ਕੁਝ ਨਹੀਂ ਪੁੱਛਿਆ ਗਿਆ, ਕਿਉਂਕਿ ਸਾਹਿਬ ਜੀ ਤਾਂ ਸੁਭਾਵਕ ਹੀ ਕਰੋ
ਜੰਗ ਕਰਨ ਵਾਸਤੇ ਨਹੀਂ ਤੁਰੇ ਸਾਧ ਸੰਗਤ, ਉਹ ਤੇ ਸ਼ਿਕਾਰ ਖੇਡਣ ਵਾਸਤੇ ਤੁਰੇ ਨੇ। ਪਰ ਪਹਾੜੀ ਰਾਜਿਆਂ ਨੇ ਕੁਝ ਨਹੀਂ ਸੋਚਿਆ, ਕੁਝ ਨਹੀਂ ਮਤਾ ਪਕਾਇਆ, ਸਾਹਮਣੇ ਹੋ ਕੇ ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਿੰਘ ਸ਼ਸਤਰ ਧਾਰੀ ਇਤ ਥੋਰੇ। ਕਵੀ ਜੀ ਕਹਿੰਦੇ ਨੇ ਗੁਰੂ ਜੀ ਦੇ ਸ਼ਸਤਰ ਧਾਰੀ ਯੋਧੇ ਜਿਹੜੇ ਨੇ ਉਹ ਬਹੁਤ ਘੱਟ ਹਨ, ਥੋੜ੍ਹੇ ਜਿਹੇ ਸਿੱਖ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤੇ ਪਹਾੜੀ ਰਾਜਿਆਂ ਦੇ ਨਾਲ ਬਲੀਆ ਚੰਦ, ਆਲਮ ਚੰਦ ਵਰਗੇ ਜਿਹੜੇ ਨੇ, ਇਹਨਾਂ ਬਾਜ ਤਾਂ ਹਜ਼ਾਰਾਂ ਉਮਰਾਮ ਨੇ, ਹਜ਼ਾਰਾਂ ਸੈਨਿਕ ਹਨ। ਇਸ ਗੱਲ ਖੁਸ਼ੀ ਮਨਾ ਰਹੇ ਨੇ ਕਿ ਸਾਨੂੰ ਚੰਗਾ ਮੌਕਾ ਲੱਗਿਆ ਹੈ। ਜੋਧਾ ਕਨੇ ਆਏ ਉਤ ਔਰੇ। ਔਰ ਬੜੇ ਯੋਧੇ ਨੇ ਸਾਡੇ ਪਾਸ, ਇਹ ਤੇ ਚੰਗਾ ਸਾਨੂੰ ਸੁਭਾਗ ਮਿਲ ਗਿਆ ਕਿ ਇਸ ਸਮੇਂ ਇੱਥੇ ਹੀ ਅਸੀਂ ਪਿਛਲਾ ਸਾਰਾ ਹਿਸਾਬ ਕਿਤਾਬ ਜਿਹੜਾ ਹੈ ਉਹ ਅਸੀਂ ਇੱਥੇ ਹੀ ਕਰ ਲਵਾਂਗੇ। ਤਬ ਕਲਗੀ ਤਰ ਪੂਰਬ ਦਿਸ਼ ਕੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਘਟ ਘਟ ਕੇ ਪਟ ਪਟ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ। ਸਤਿਗੁਰੂ ਸੱਚੇ ਪਾਤਸ਼ਾਹ ਵੇਖਿਆ ਕਿ ਬਹੁਤ ਸਾਰੇ ਪਹਾੜੀਏ ਜਿਹੜੇ ਨੇ ਉਹ ਅੱਗੋਂ ਵੱਧ ਰਹੇ ਨੇ, ਉਹਨਾਂ ਵਿੱਚ ਉਤਸ਼ਾਹ ਬੜਾ ਹੈ। ਇੱਧਰ ਥੋੜ੍ਹੇ ਜਿਹੇ ਸਿੱਖ ਨੇ, ਇਹਨਾਂ ਦੇ ਅੰਦਰ ਕੈਸਾ ਉਤਸ਼ਾਹ ਹੈ ਮਹਾਰਾਜ ਪਰਖਣ ਵਾਸਤੇ, ਕਿਉਂਕਿ ਆਪਣਿਆਂ ਨੂੰ ਵੀ ਪਰਖ ਲੈਂਦੇ ਨੇ। ਬਸ ਇਹ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰੀਏ, ਗੁਰੂ ਗਰੀਬ ਨਵਾਜ ਜੀ ਆਪ ਆਪਣੀ ਕਸੌਟੀ ਜਦੋਂ ਵੀ ਲਾਉਂਦੇ ਹੋ ਤੇ ਕਸੌਟੀ ਲਾ ਕੇ ਆਪ ਹੀ ਪਾਸ ਵੀ ਆਪ ਕਰ ਦਿਆ ਕਰੋ। ਆਪ ਦੀ ਨਜ਼ਰ ਥੱਲੇ ਆ ਜਾਈਏ, ਆਪ ਜੀ ਦੀ ਰਹਿਮਤ ਥੱਲੇ ਆ ਜਾਈਏ, ਆਪ ਜੀ ਦੀ ਬਖਸ਼ਿਸ਼ ਥੱਲੇ ਨਵਾਜੇ ਜਾਣਾ ਕਰੀਏ। ਗਏ ਭਜਾਏ ਕੁਦਾਇਤ ਅਸ ਕੋ। ਕਵੀ ਸੰਤੋਖ ਸਿੰਘ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਸਨ, ਤੇ ਘੋੜੇ ਤੇ ਬੈਠਿਆਂ ਬੈਠਿਆਂ ਪੁਰਬ ਵਾਲੇ ਪਾਸੇ ਨੂੰ ਸਾਹਿਬ ਆਪ ਥੋੜ੍ਹਾ ਪਾਸੇ ਸਾਈਡ ਹਟ ਗਏ। ਇੱਕ ਪਾਸੇ ਸਿੱਖ ਯੋਧੇ ਰਹਿ ਗਏ, ਇੱਕ ਪਾਸੇ ਪਹਾੜੀਏ ਯੋਧੇ ਜਿਹੜੇ ਆਪਸ ਵਿੱਚ ਜੰਗ ਕਰ ਲਈ ਸਾਹਮਣੇ ਖੜੇ ਹਨ। ਕੇਤਕ ਕਾਲ ਖਾਲਸਾ ਲਰਿਓ। ਪਰ ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁਰਮੁਖੋ ਖਾਲਸੇ ਨੇ ਯੁੱਧ ਕੀਤਾ, ਜੰਗ ਕੀਤਾ, ਕਾਫੀ ਸਮੇਂ ਤੱਕ ਇਸ ਤਰ੍ਹਾਂ ਤੀਰ ਚੱਲਦੇ ਰਹੇ, ਸ੍ਰੀ ਸਾਹਿਬ ਚੱਲਦੀਆਂ ਰਹੀਆਂ, ਗੋਲੀਆਂ ਵਰਦੀਆਂ ਰਹੀਆਂ। ਆਪਣੇ ਮਹਿ ਗੁਰ ਨਹੀਂ ਨਹਿ ਹਰੇ ਹੋ। ਪਰ ਜਦੋਂ ਖਾਲਸੇ ਵੇਖਦੇ ਹਨ ਆਪਣੇ ਪਿਛੇ ਵੱਲ, ਆਪਣੇ ਨੇੜੇ ਵੱਲ, ਆਪਣੇ ਅੱਗੇ ਵੱਲ, ਚੌਹਾਂ ਤਰਫਾਂ ਵੱਲ ਜਦੋਂ ਗੁਰੂ ਕੇ ਸਿੱਖਾਂ ਨੇ ਵੇਖਿਆ ਤੇ ਮਹਿਸੂਸ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਧਰ ਚਲੇ ਗਏ ਹਨ, ਕਿਸ ਪਾਸੇ ਵੱਲ ਹੋ ਗਏ ਨੇ, ਉਹ ਸਾਡੇ ਤੋਂ ਸਾਥ ਕਿਉਂ ਛੱਡ ਗਏ ਹਨ। ਹਮਕੋ ਛੋੜ ਗਏ ਕਰ ਪਾਣਾ। ਕਿਉਂਕਿ ਸਿੱਖ ਯੋਧੇ ਤੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸਾਹਿਬ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਤੁਰੇ ਸਨ, ਔਰ ਸਾਰਿਆਂ ਦੇ ਅੰਦਰ ਉਤਸ਼ਾਹ ਸੀ ਕਿ ਅਸੀਂ ਸ਼ਿਕਾਰ ਖੇਡ ਕੇ ਵਾਪਸ ਆ ਜਾਵਾਂਗੇ। ਪਰ ਉੱਥੇ ਜਦੋਂ ਸਾਹਮਣੇ ਆਲਮ ਚੰਦ ਤੇ ਬਲੀਆ ਚੰਦ ਦੇ ਨਾਲ ਜੰਗ ਛਿੜ ਗਿਆ ਤੇ ਸਭ ਸਿੱਖ ਹੈਰਾਨ ਹੋਏ ਕਿ ਸਾਡੇ ਨਾਲ ਗੁਰੂ ਮਹਾਰਾਜ ਜੀ ਸਨ, ਉਹ ਯਕਦਮ ਕਿੱਧਰ ਚਲੇ ਗਏ ਨੇ, ਭਾਵ ਕਿਸ ਪਾਸੇ ਹੋ ਗਏ ਨੇ। ਇਸ ਗੱਲੋਂ ਵੀ ਸਿੱਖ ਹੈਰਾਨ ਹੋ ਗਏ। ਕੋ ਜਾਣੇ ਮਨ ਮਹਿ ਕਿਆ ਜਾਣਾ। ਮਨੋ ਮਨ ਵਿੱਚ ਸੋਚਦੇ ਨੇ, ਕੁਝ ਦਾਏਂ ਵੇਂਦਾ ਹੈ, ਕੋਈ ਬਾਏਂ ਵੇਂਦਾ ਹੈ, ਕੋਈ ਕਿੱਧਰ ਵੇਖਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣੇ ਤੇ ਸਾਡੇ ਪਾਸ ਸਨ, ਪਰ ਕੁਝ ਸਮੇਂ ਵਿੱਚ ਹੀ ਆਪ ਗੁਰੂ ਗਰੀਬ ਨਵਾਜ ਸਾਡੇ ਤੋਂ ਦੂਰ ਕਿਉਂ ਚਲੇ ਗਏ ਹਨ ਜੀ। ਧੀਰਜ ਰਹੇ ਉਹਨਾਂ ਸਿੰਘਨ ਕੇਰਾ। ਸਿੰਘਾਂ ਦੇ ਅੰਦਰ ਧੀਰਜ ਨਾ ਰਿਹਾ, ਕਿਉਂਕਿ ਸਾਧ ਸੰਗਤ ਜਦੋਂ ਜਰਨੈਲ ਨਾ ਹੋਵੇ, ਜਦੋਂ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਨਾ ਹੋਣ ਸਿੱਖ ਯੋਧਿਆਂ ਦੇ, ਤੇ ਫਿਰ ਉਹਨਾਂ ਦੇ ਹਿਰਦੇ ਵਿੱਚ ਕੀ ਵਾਪਰੀ ਹੋਵੇਗੀ। ਉਹ ਆਪਣੇ ਆਪ ਵਿੱਚ ਸੋਚਦੇ ਨੇ, ਆਸੇ ਪਾਸੇ ਵਾਲੇ ਨਾਲ ਦੇ ਨੂੰ ਪੁੱਛਦੇ ਨੇ, ਭਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਨਾਲ ਆਏ, ਅਚਾਨਕ ਇਹਨਾਂ ਪਹਾੜੀਆਂ ਦੇ ਨਾਲ ਸਾਡਾ ਜੰਗ ਛਿੜ ਗਿਆ, ਬਲੀਆ ਚੰਦ ਤੇ ਆਲਮ ਚੰਦ ਸਾਹਮਣੇ ਨੇ, ਉਹਨਾਂ ਦੇ ਸਿਪਾਹੀ ਜਿਹੜੇ ਨੇ ਸਾਡੇ ਸਾਹਮਣੇ ਹਨ, ਉਹ ਗੋਲੀ ਸਿੱਕਾ ਬਰੂਦ ਚਲਾ ਰਹੇ ਨੇ, ਪਰ ਅਸੀਂ ਵੀ ਆਪਣੇ ਵੱਲੋਂ ਵਾਰ ਰੋਕ ਕੇ ਜਵਾਬ ਦੇ ਰਹੇ ਹਾਂ, ਪਰ ਸਤਿਗੁਰੂ ਜੀ ਨਹੀਂ ਦਿਸਦੇ।
ਮਹਾਰਾਜ ਕਿਧਰ ਚੱਲ ਗਏ ਹਨ ਜੀ। ਰਣ ਤੇ ਪਾਜ ਚਲੇ ਤਿਸ ਬੇਰਾ। ਕਵੀ ਸੰਤੋਖ ਸਿੰਘ ਕਹਿੰਦੇ ਉਸ ਟਾਈਮ ਸਾਧ ਸੰਗਤ ਸਿੱਖ ਯੋਧੇ ਜਿਹੜੇ ਸਨ, ਜਦੋਂ ਵੇਖਿਆ ਕਿ ਆਉਣ ਵਾਲੇ ਸਾਹਮਣੇ ਫੌਜ ਦਾ ਜਿਹੜਾ ਭਾਰ ਹੈ ਉਹ ਵੱਧਦਾ ਜਾਂਦਾ ਹੈ, ਉਹਨਾਂ ਦੀ ਰਫ਼ਤਾਰ ਵੱਧਦੀ ਜਾਂਦੀ ਹੈ, ਉਹਨਾਂ ਦਾ ਤੇਜ਼ ਵੱਧਦਾ ਜਾਂਦਾ ਹੈ, ਇੱਧਰੋਂ ਸਿੱਖ ਗੁਰੂ ਜੀ ਬਾਰੇ ਪਾਸੇ ਵੀ ਸੋਚਦੇ ਨੇ ਕਿ ਮਹਾਰਾਜ ਆਪ ਕਿਸ ਥਾਂ ਹਨ ਜੀ। ਵਿਚਲਿਓ ਪਿੱਖਿਓ ਖਾਲਸਾ ਜਬੈ। ਕਲਗੀਧਰ ਸੱਚੇ ਪਾਤਸ਼ਾਹ ਜੀ ਪੁਰਬ ਵਾਲੇ ਪਾਸੇ ਖਲੋਤੇ ਹੋਏ ਇੱਕ ਕਰੋਨ ਦੇ ਦਰਖਤ ਦੇ ਥੱਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੁੱਧ ਤੱਕ ਰਹੇ ਹਨ। ਮਿਲ ਪਹਾੜੀਆਂ ਮਾਰੇ ਤਬੈ। ਗੁਰੂ ਜੀ ਨੇ ਮਿਲ ਮਿਲ ਕੇ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਯੋਧਿਆਂ ਨੇ, ਜਵਾਨਾਂ ਨੇ ਰਲ ਕੇ ਪਹਾੜੀਆਂ ਨੂੰ ਸਦਾ ਦੀ ਨੀਂਦ ਸਵਾਇਆ, ਉਹ ਸਭ ਕੁਝ ਮਹਾਰਾਜ ਤੱਕ ਰਹੇ ਹਨ ਜੀ। ਇੱਕ ਸੇ ਖੜਗ ਕਟੇ ਬਹੁ ਅੰਗ। ਕਿਉਂਕਿ ਗੁਰਮੁਖੋ ਵੇਖਦੇ ਨੇ ਕਿ ਸਿੱਖ ਯੋਧਿਆਂ ਉੱਤੇ ਜਦੋਂ ਵਾਰ ਪਹਾੜੀਆਂ ਦੇ ਜ਼ਿਆਦੇ ਪੈਣ ਲੱਗ ਪਏ, ਤੀਰ ਚੱਲੇ ਬੇਅੰਤ ਔਰ ਬੇਅੰਤ ਚਲੀਆਂ ਤਲਵਾਰਾਂ, ਬਹੁਤ ਸਾਰੇ ਸਿੱਖ ਯੋਧਿਆਂ ਦੇ ਸਰੀਰਕ ਅੰਗ ਭੰਗ ਹੋ ਗਏ। ਪਈ ਲਾਲਸ਼ਿਤ ਸ਼ੋਣਤ ਸੰਗ। ਕਈ ਸਾਧ ਸੰਗਤ ਜੀ ਕੁਰਬਾਨੀ ਦੇ ਗਏ, ਕਈਆਂ ਦੀਆਂ ਸ਼ਹੀਦੀਆਂ ਹੋ ਗਈਆਂ, ਔਰ ਧਰਤੀ ਜਿਹੜੀ ਹੈ ਕਵੀ ਜੀ ਕਹਿੰਦੇ ਨੇ ਸਰੋਣ ਨਾਲ ਖੂਨ ਨਾਲ ਲੱਥ-ਪੱਥ ਹੋ ਗਈ। ਬਿਥਰੀ ਲੋਥ ਪੋਥ ਨਾ ਹੋਈ। ਔਰ ਬੇਅੰਤ ਸਰੀਰਾਂ ਉੱਤੇ ਘਾਵ ਲੱਗੇ, ਬੇਅੰਤ ਸਰੀਰ ਜਿਹੜੇ ਸਨ ਉਹ ਜ਼ਖਮ ਵਿੱਚ ਵਿੰਨੇ ਗਏ ਹਨ। ਮਾਰਨ ਮਰਨ ਪਰੇ ਦਿਸ਼ ਦੋਈ। ਮਾਰੋ ਮਾਰ ਦੋਨਾਂ ਪਾਸਿਆਂ ਤੋਂ ਪੈ ਰਹੀ ਹੈ। ਇੱਕ ਪਾਸੇ ਯੋਧਿਆਂ ਨੇ ਆਪਣੇ ਵੱਲੋਂ ਯਤਨ ਤੇ ਕੀਤਾ, ਪਰ ਸਤਿਗੁਰੂ ਜੀ ਲਾਗੇ ਨਾ ਹੋਣ ਕਰਕੇ ਇਹਨਾਂ ਸਿੱਖਾਂ ਦੇ ਅੰਦਰ ਥੋੜ੍ਹਾ ਜਿਹਾ ਇਹ ਡਰ ਮਹਿਸੂਸ ਹੋਇਆ ਕਿ ਮਹਾਰਾਜ ਆਪ ਸਾਡੇ ਨਾਲ ਆਏ ਸਨ ਤੇ ਅਚਾਨਕ ਸਾਡੇ ਤੋਂ ਦੂਰ ਕਿਉਂ ਚਲੇ ਗਏ ਨੇ, ਔਰ ਦੂਰ ਖਲੋ ਕੇ ਕਿਉਂ ਸਾਡੇ ਵੱਲ ਤੱਕਣ ਲੱਗ ਗਏ ਹਨ। ਇਹ ਭੈ ਸੀ ਹਿਰਦੇ ਅੰਦਰ, ਪਰ ਉਤਸ਼ਾਹ ਸੀ ਉਹਨਾਂ ਦੇ ਹਿਰਦੇ ਵਿੱਚ ਜੰਗ ਲਈ। ਬਹੁਤ ਸਿੰਘ ਜਬ ਰਣ ਮਹਿ ਮਾਰੇ। ਇਸ ਤਰ੍ਹਾਂ ਜਦੋਂ ਕਾਫੀ ਯੋਧੇ ਜਿਹੜੇ ਨੇ ਰਣ ਭੂਮੀ ਵਿੱਚ, ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਲੱਗ ਪਏ, ਸਰੀਰਕ ਅੰਗ ਭੰਗ ਹੋਣ ਲੱਗ ਪਏ। ਕੋ ਦੌਰਤ ਗੁਰ ਤੀਰ ਪੁਕਾਰੇ। ਇੱਕ ਉਹਨਾਂ ਜਵਾਨਾਂ ਦੇ ਵਿੱਚੋਂ ਦੌੜਦਾ ਹੋਇਆ ਸਤਿਗੁਰੂ ਜੀ ਦੇ ਵੱਲ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲ, ਕਿਉਂਕਿ ਆਪ ਮਹਾਰਾਜ ਦਰਖਤ ਥੱਲੇ ਬਿਰਾਜਮਾਨ ਸਨ, ਉੱਥੇ ਹੀ ਵੇਖ ਰਹੇ ਸਨ ਸਾਰਾ ਜੰਗ ਦਾ ਹਾਲ, ਤੇ ਉਹਨਾਂ ਵੱਲ ਇੱਕ ਸਿੱਖ ਦੌੜਦਾ ਸਾਹਿਬ ਨੇੜੇ ਆਇਆ ਹੈ। ਸਾਚੇ ਪਾਤਸ਼ਾਹ ਰਖ ਲੀਜੈ। ਇਹ ਗੁਰੂ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਾਡੀ ਪੱਤ ਰੱਖ ਲਓ, ਸਾਨੂੰ ਆਪ ਜੀ ਉੱਤੇ ਮਾਣ ਹੈ, ਸਾਡਾ ਸਿਰ ਆਪ ਜੀ ਦਾ ਹੈ, ਆਪ ਜੀ ਦੇ ਚਰਨਾਂ ਵਿੱਚ ਨਿਸ਼ਾਵਰ ਹੈ ਜੀ। ਤੇਰੋ ਬਿਰਦ ਤਿਆਗ ਨਹਿ ਦੀਜੈ। ਗੁਰੂ ਜੀ ਕਿਰਪਾ ਕਰੋ, ਸਾਡੇ ਸਹਾਈ ਹੋਵੋ, ਸਾਡੇ ਅੰਗ ਸੰਗ ਵਸੋ, ਆਪ ਦਾ ਬਿਰਦ ਰੱਖੋ। ਮਹਾਰਾਜ ਸਾਨੂੰ ਕਿਉਂ ਤਿਆਗ ਦਿੱਤਾ? ਆਪ ਜੀ ਇਸ ਸਮੇਂ ਦੇ ਉੱਤੇ ਜਦੋਂ ਬਲੀਆ ਚੰਦ ਤੇ ਆਲਮ ਚੰਦ ਵਰਗੇ ਜਰਨੈਲ ਅੱਗੋਂ ਤੋਪਾਂ ਲੈ ਕੇ ਖੜੇ ਨੇ, ਬੰਦੂਕਾਂ ਲੈ ਕੇ ਖੜੇ ਨੇ, ਤੇ ਬੇਅੰਤ ਗੋਲੀ ਛਿੱਕਾ ਬਰੂਦ ਚੱਲ ਰਿਹਾ ਹੈ, ਮਹਾਰਾਜ ਆਪ ਜੀ ਨੇ ਉਸ ਸਮੇਂ ਸਾਨੂੰ ਤਿਆਗ ਕੇ ਆਪ ਇਸ ਕਰੌਨ ਦੇ ਦਰਖਤ ਥੱਲੇ ਖੜੇ ਹੋਏ ਵੇਖ ਰਹੇ ਹੋ। ਸ਼ੋਭਤ ਬਿਨਾ ਸ਼ੇਰ ਨਹਿ ਕਾਨਨ। ਗੁਰੂ ਮਹਾਰਾਜ ਜੀ ਜੇਕਰ ਭਾਵ ਸ਼ੇਰ ਦੀ ਨਿਆਈ ਅਰਥਾਤ ਸ਼ੇਰ ਸ਼ੋਭਦਾ ਹੈ ਜੇਕਰ ਜੰਗਲ ਹੈ, ਔਰ ਉਹੀ ਸ਼ੇਰ ਦੀ ਸ਼ੋਭਾ ਹੈ ਕਿਉਂਕਿ ਉਹੀ ਜੰਗਲ ਦਾ ਰਾਜਾ ਹੈ। ਜਿਤ ਕਿਤ ਸੁਣੀ ਬਾਤ ਇਹੋ ਕਾਨਨ। ਜਿੱਥੇ ਕਿਤੇ ਅਸੀਂ ਤੇ ਇਹੋ ਹੀ ਬਾਤ ਸੁਣੀ ਹੈ, ਇਹੋ ਸਾਡੇ ਹਿਰਦੇ ਅੰਦਰ ਵਿਚਾਰ ਤਿਆਰ ਬਰ ਤਿਆਰ ਰਹਿੰਦਾ ਹੈ ਜੀ। ਸਿੰਘਣ ਤੇਸ ਬਿਦ ਸੁਣ ਜਬੈ। ਕਵੀ ਜੀ ਕਹਿੰਦੇ ਗੁਰਮੁਖੋ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਸੋਂ ਸਿੰਘਾਂ ਨੇ ਇਸ ਤਰ੍ਹਾਂ ਸੁਣਿਆ, ਔਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉਹਨਾਂ ਸਿੰਘਾਂ ਨੇ ਕਿਹਾ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਿੰਘਾਂ ਪਾਸੋਂ ਸੁਣ ਕਰਕੇ ਫਿਰ ਇਉਂ ਜਵਾਬ ਦਿੰਦੇ ਹਨ ਜੀ। ਸ੍ਰੀ ਕਲਗੀਧਰ ਬੋਲੇ ਤਬੈ। ਹੁਣ ਗੁਰੂ ਗਰੀਬ ਨਵਾਜ ਵਾਲੀਏ ਕੁਲ ਜਹਾਨ ਸਤਿਗੁਰੂ ਸੱਚਾ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ ਕਹਿੰਦੇ ਹਨ। ਦੋਹਰਾ
ਸਿਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ। ਗੁਰ ਸਿੱਖੋ, ਗੁਰੂ ਕਾ ਖਾਲਸਾ ਜਿਹੜਾ ਨਾ ਉਹ ਸਿਦਕ ਨੂੰ ਪਗਾਵੇ, ਉਹਦੇ ਅੰਦਰ ਭਰੋਸਾ ਹੋਣਾ ਚਾਹੀਦਾ ਹੈ, ਉਸ ਅੰਦਰ ਵਿਸ਼ਵਾਸ ਹੋਣਾ ਚਾਹੀਦਾ, ਉਸ ਅੰਦਰ ਦ੍ਰਿੜਤਾ ਹੋਣੀ ਚਾਹੀਦੀ ਹੈ, ਉਸ ਦੇ ਅੰਦਰ ਇਕਾਗਰਤਾ ਹੋਣੀ ਚਾਹੀਦੀ ਹੈ। ਜੇ ਸਿੱਖ ਬਾਣੀ ਪੜ੍ਹਦਾ ਹੈ ਤੇ ਭਾਈ ਵਿਸ਼ਵਾਸ ਵੀ ਰੱਖੇ ਆਪਣੇ ਗੁਰੂ ਉੱਤੇ, ਭਰੋਸਾ ਵੀ ਕਰੇ ਆਪਣੇ ਗੁਰੂ ਉੱਤੇ, ਯਕੀਨ ਵੀ ਬਣਾਵੇ ਆਪਣੇ ਮੁਰਸ਼ਦ ਉੱਪਰ। ਆਪ ਸਿੰਘ ਆਪੇ ਬਿਪਨ ਬਿਰਦ ਬਿਹਾਰੀ ਰਾਠ। ਕਿਉਂਕਿ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਕਦੀ ਖਿਆਲ ਉਤਪੰਨ ਹੋਇਆ ਕਿ ਅਸੀਂ ਤਾਂ ਬਾਣੀ ਪੜ੍ਹਨ ਵਾਲੇ ਹਾਂ, ਅਸੀਂ ਤਾਂ ਬੇਅੰਤ ਨੇਮ ਵਿੱਚ ਹਾਂ, ਸਾਡੇ ਕੋਲੇ ਤਾਂ ਬੇਅੰਤ ਤਾਕਤ ਹੈ, ਅਸੀਂ ਗੁਰੂ ਕੇ ਸਿੱਖ ਜਾਂ ਗੁਰੂ ਕਾ ਖਾਲਸਾ ਜੂ ਹੋਏ। ਅਤੇ ਇਸ ਤਰ੍ਹਾਂ ਮਨ ਵਿੱਚੋਂ, ਇਸ ਤਰ੍ਹਾਂ ਆਪਣੇ ਆਪ ਦੇ ਰੰਗ ਵਿੱਚੋਂ, ਪਰ ਸਤਿਗੁਰੂ ਦਾ ਹੋਣਾ ਵੀ ਬਹੁਤ ਲਾਜ਼ਮੀ ਹੈ, ਗੁਰੂ ਦੀ ਨਜ਼ਦੀਕਤਾ ਵੀ ਬਹੁਤ ਨੇੜੇ ਜ਼ਰੂਰੀ ਹੈ, ਗੁਰੂ ਉੱਤੇ ਵਿਸ਼ਵਾਸ ਵੀ ਬੜਾ ਅਮਲਦਾਇਕ ਹੈ, ਗੁਰੂ ਉੱਤੇ ਭਰੋਸਾ ਵੀ ਮਨੁੱਖ ਦੇ ਲਈ, ਸਿੱਖ ਦੇ ਲਈ ਬੜਾ ਲਾਜ਼ਮੀ ਹੈ ਜੀ। ਚੌਪਈ ਥਰੇ ਗੁਰੂ ਕਰ ਤੁਨਖ ਸੰਭਾਰੇ। ਉਸ ਟਾਈਮ ਸੱਚੇ ਪਾਤਸ਼ਾਹ ਨੇ ਸਿੱਖਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਸੇ ਕਰੋਨ ਦੇ ਦਰਖਤ ਥੱਲੇ ਖਲੋ ਕਰਕੇ ਹੀ ਆਪਣਾ ਧੁਨਖ ਸੰਭਾਲਿਆ, ਆਪਣਾ ਕਮਾਨ ਪਕੜਿਆ ਹੈ। ਸਰ ਨਿਖੰਗ ਤੇ ਪੰਚ ਨਿਕਾਰੇ। ਕਵੀ ਜੀ ਕਹਿੰਦੇ ਵਾਰੀ ਨਾਲ 5 ਤੀਰ ਜਿਹੜੇ ਨੇ ਉਹ ਸਤਿਗੁਰੂ ਜੀ ਨੇ ਆਪਣੇ ਪੱਥੇ ਵਿੱਚੋਂ ਨਿਕਾਲੇ ਹਨ। ਤਾਨ ਕਾਨ ਲਗ ਤੁਰਤ ਚਲਾਏ। ਉਹ ਤੀਰ ਜਿਹੜੇ ਨੇ ਉਹ ਕਮਾਨ ਦੇ ਚਿੱਲੇ ਵਿੱਚ ਰੱਖ ਕੇ ਤੇ ਤੰਦੀ ਨੂੰ ਖਿੱਚ ਕੇ ਅਸਮਾਨ ਵੱਲ ਵਾਰੀ ਨਾਲ ਛੱਡ ਦਿੱਤੇ ਜੀ। ਸ਼ੂਕਤ ਚਾਲੇ ਨਾਦ ਉਠਾਏ। ਉਹ ਤੀਰ ਇੱਕ ਤੋਂ ਬਾਅਦ ਦੂਜਾ, ਤੀਜਾ, ਚੌਥਾ, ਪੰਜਵਾਂ ਸ਼ੂਕਦੇ ਹੋਏ ਅਸਮਾਨ ਵੱਲ ਵਧੇ ਜੀ। ਚੌਂ ਦੇਸ਼ ਤੇ ਚੱਲ ਦਲ ਉਮੜਾਇਓ। ਜਿਵੇਂ ਅਸਮਾਨ ਵੱਲ ਉਹ ਤੀਰ ਵਧੇ ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਆਕਾਸ਼ੀ ਫੌਜਾਂ ਜਿਹੜੀਆਂ ਸਨ, ਉਹ ਫੌਜਾਂ ਜਿਹੜੀਆਂ ਆਦ੍ਰਿਸ਼ਟ ਹਨ, ਉਹ ਸਾਧ ਸੰਗਤ ਤੁਰੰਤ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਵਾਜ਼ ਸੁਣ ਕੇ, ਹੁਕਮ ਸੁਣ ਕੇ ਸੇਵਾ ਲਈ ਆ ਪਹੁੰਚੀਆਂ ਨੇ। ਸਰਬ ਖਾਲਸੇ ਕੋ ਦਿਖਰਾਇਓ। ਇਹ ਸਭ ਕੌਤਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ, ਆਪਣੇ ਸਿੱਖਾਂ ਨੂੰ ਜਿਹੜੇ ਨਾਲ ਸਨ ਉਸ ਟਾਈਮ ਮੌਜੂਦ, ਉਹਨਾਂ ਨੂੰ ਵਿਖਾਇਆ ਹੈ। ਤੁਮਲ ਜੁੱਧ ਤਬ ਹੋਵਨ ਲਾਗਾ। ਦੋਵਾਂ ਪਾਸਿਆਂ ਤੋਂ ਫਿਰ ਯੁੱਧ ਹੋਣਾ ਸ਼ੁਰੂ ਹੋ ਗਿਆ। ਇੱਕ ਸਿੱਖਾਂ ਅੰਦਰ ਉਤਸ਼ਾਹ ਵੀ ਬਣ ਗਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਅੰਗ ਸੰਗ ਨੇ। ਅਤੇ ਜਦੋਂ ਸਿੱਖ ਨੂੰ ਇਹ ਭਰੋਸਾ ਬਣ ਜਾਏ, ਵਿਸ਼ਵਾਸ ਬਣ ਜਾਏ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਫਿਰ ਭਾਈ ਸਤਿਗੁਰੂ ਬੌੜੀ ਕਰਦਾ, ਕਿਰਪਾਲਤਾ ਕਰਦਾ, ਸੰਭਾਲ ਕਰਦੇ ਹਨ। ਮਨੋ ਰੁਦਰ ਰਸ ਸੋਵਤ ਜਾਗਾ। ਮਾਨੋ ਸਿੱਖਾਂ ਦੇ ਅੰਦਰ ਵੀ ਸੋਇਆ ਹੋਇਆ ਉਹ ਵੀਰ ਰਸ ਜਿਹੜਾ ਹੈ ਉਹ ਜਾਗ ਪਿਆ। ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਕਰਕੇ ਉਹਨਾਂ ਯੋਧਿਆਂ ਵਿੱਚ ਇੰਨਾ ਉਤਸ਼ਾਹ ਵਧਿਆ ਜੀ। ਪੇੜੇ ਪੇੜ ਪਟ ਮੁੜ ਮੁੜ ਲੜੇ। ਔਰ ਜਿਨ੍ਹਾਂ ਦੇ ਅੰਦਰ ਭਾਵ ਉਸ ਟਾਈਮ ਇਸ ਤਰ੍ਹਾਂ ਵਿਚਾਰ ਬਣਿਆ ਹੋਇਆ ਸੀ ਕਿ ਮਹਾਰਾਜ ਸਾਡੇ ਤੋਂ ਦੂਰ ਜਾਂ ਸਾਨੂੰ ਤਿਆਗ ਕੇ ਕਿੱਧਰ ਚਲੇ ਗਏ, ਉਹਨਾਂ ਅੰਦਰ ਵੀ ਉਤਸ਼ਾਹ ਬਣ ਗਿਆ। ਭਾਵੇਂ ਉਹ ਜ਼ਖਮੀ ਸਨ ਪਰ ਫਿਰ ਵੀ ਉਹਨਾਂ ਅੰਦਰ ਇੰਨੀ ਦਲੇਰੀ, ਇੰਨੀ ਵੀਰਤਾ ਆਈ ਕਿ ਉਹ ਜੰਗੇ ਮੈਦਾਨ ਲਈ ਫਿਰ ਡਟ ਪਏ। ਜੇ ਪਾਜਤ ਤਰ ਧੀਰਜ ਖੜੇ। ਜਿਹੜੇ ਸਾਧ ਸੰਗਤ ਭੱਜ ਰਹੇ ਸਨ ਅੱਗੇ ਅੱਗੇ ਜ਼ਖਮ ਖਾਣ ਤੋਂ ਬਾਅਦ, ਉਹਨਾਂ ਨੂੰ ਵੀ ਧੀਰਜ ਆ ਗਿਆ, ਉਹ ਵੀ ਦਲੇਰੀ ਨਾਲ ਅਡੋਲ ਬਣ ਕੇ ਟਿਕ ਗਏ। ਉਤੀ ਸ਼ਲਕ ਗੁਲ ਕਣ ਕੇ ਐਸੇ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਕਹਿੰਦੇ ਨੇ ਬੰਦੂਕਾਂ ਚੱਲਦੀਆਂ ਤੇ ਤੀਰ ਵੱਜਦੇ ਹੋਏ ਦਿਸੇ ਜੀ। ਹਟਿਓ ਜਲਦ ਮੁਚ ਬਰਖਾ ਜੈਸੇ। ਇਉਂ ਵਰਦੇ ਨੇ ਤੀਰ ਜਿਵੇਂ ਵਰਖਾ ਚੱਲਦੀ ਹੋਵੇ, ਇਸ ਤਰ੍ਹਾਂ ਵਰਦੀਆਂ ਨੇ ਗੋਲੀਆਂ ਜਿਵੇਂ ਸਾਧ ਸੰਗਤ ਕਾਕੜੇ ਪੈਂਦੇ ਪਏ ਹੋਣ ਔਰ ਵਰਖਾ ਬੇਸ਼ੁਮਾਰ ਤੇਜ ਤੇਜ ਵਰਦੀ ਹੋਏ। ਲੋਹ ਭਰੇ ਦੋ ਦਿਸ਼ ਕੇ ਜੋਦਾ। ਦੋਨਾਂ ਪਾਸਿਆਂ ਤੋਂ ਯੋਧੇ ਜੰਗੇ ਮੈਦਾਨ ਵਿੱਚ ਲੋਹਾ ਲੈ ਕੇ ਡਟੇ ਹਨ। ਤਨ ਤਨ ਪੀਸ ਤਾਰ ਬਹੁ ਕ੍ਰੋਧਾ। ਵੱਧ ਵੱਧ ਕੇ ਵੀਰਤਾ ਵਿਖਾਉਂਦੇ ਨੇ, ਇੱਕ ਦੂਜੇ ਤੋਂ ਅੱਗੇ ਉਤਸ਼ਾਹਦਾਇਕ ਹੋ ਕੇ
ਆਪਣੇ ਹੌਸਲਿਆਂ ਨੂੰ ਬੁਲੰਦ ਰੱਖ ਕੇ ਗੁਰੂ ਕਲਗੀਧਰ ਉਤੇ ਭਰੋਸਾ ਕਰਕੇ ਯੋਧੇ ਜੰਗ ਕਰ ਰਹੇ ਹਨ ਜੀ। ਔਰ ਫੂਟੇ ਟੂਟੇ ਪਟ ਅੰਗਾ, ਭਾਵੇਂ ਬਹੁਤ ਸਾਰੇ ਸਰੀਰਕ ਅੰਗ ਭੰਗ ਹੋ ਚੁੱਕੇ ਸਨ, ਬੜਿਆਂ ਨੇ ਘਾਉ ਖਾਧੇ ਸਨ, ਬੜਿਆਂ ਨੂੰ ਜ਼ਖਮ ਦਾਉ ਲੱਗੇ ਹੋਏ ਸਨ, ਪਰ ਉਸ ਪੀੜਾ ਨੂੰ ਨਾ ਸਹਾਰਦੇ ਬੇਅੰਤ ਸਤਿਗੁਰੂ ਸੱਚੇ ਪਾਤਸ਼ਾਹ ਉਤੇ ਭਰੋਸਾ ਕਰਦੇ ਹੋਏ, ਪੀੜਾ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਵਧ ਰਹੇ ਨੇ। ਸ਼੍ਰੋਣਤ ਸੰਗ ਪਰੇ ਸਰਬੰਗਾ। ਇਸ ਤਰ੍ਹਾਂ ਸਾਧ ਸੰਗਤ ਕਵੀ ਸੰਤੋਖ ਸਿੰਘ ਕਹਿੰਦੇ ਸਰੀਰਾਂ ਦੇ ਅੰਗਾਂ ਵਿੱਚੋਂ ਸ਼੍ਰੋਣ ਇਸ ਤਰ੍ਹਾਂ ਵਗ ਰਿਹਾ ਹੈ, ਔਰ ਤ੍ਰਿਪ ਕਰਦਾ ਹੋਇਆ ਉਹ ਸ਼੍ਰੋਣ ਜੋ ਸਰੀਰਕ ਅੰਗਾਂ ਵਿੱਚੋਂ ਵਗਦਾ ਹੈ, ਉਹਦੀ ਪਰਵਾਹ ਕੀਤੇ ਬਿਨਾਂ ਸਿੱਖ ਯੋਧੇ ਅੱਗੇ ਜੰਗ ਕਰ ਲਈ ਤਿਆਰ ਹਨ। ਮਾਨੋ ਖੇਲ ਫਾਗ ਕੋ ਆਏ। ਮਾਨੋ ਇਸ ਤਰ੍ਹਾਂ ਜਿਵੇਂ ਦੋਨਾਂ ਪਾਸਿਆਂ ਤੋਂ ਰਲ ਕੇ ਕੋਈ ਫਾਗ ਖੇਡਦਾ ਹੈ, ਕੋਈ ਹੋਲੀ ਖੇਡਦਾ ਹੈ, ਹੋਲੀ ਦੇ ਰੰਗ ਉੱਡਦੇ ਨੇ, ਇਸ ਤਰ੍ਹਾਂ ਉਹਨਾਂ ਵਿੱਚੋਂ ਸਰੀਰਾਂ ਅੰਦਰੋਂ ਸ਼੍ਰੋਣ ਪੱਕ ਕਰ ਰਿਹਾ ਹੈ। ਕੈ ਪਲਾਸ ਫੂਲੇ ਸਮੁਦਾਏ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਕਹਿੰਦੇ ਧੰਨ ਨੇ ਉਹ ਜਵਾਨ, ਧੰਨ ਨੇ ਉਹ ਯੋਧੇ ਜਿਨ੍ਹਾਂ ਦੇ ਸਰੀਰਾਂ ਉੱਤੇ ਇੰਨੇ ਘਾਅ ਆਉਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਪ੍ਰਤੀ ਸਮਰਪਿਤ ਕੀਤਾ ਹੋਇਆ ਹੈ। ਬੂਟਾ ਏਕ ਕਰੋਂ ਦੇ ਕੇਰਾ। ਔਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਸ ਕਰੋਂ ਦੇ ਬੂਟੇ ਦੇ ਥੱਲੇ ਹੀ ਖੜੇ ਹੋਏ ਹਨ ਜੀ। ਤਿਸ ਤਰ ਥਰੇ ਗੁਰੂ ਰਣ ਹੇਰਾ। ਕਿਉਂਕਿ ਉੱਥੇ ਖਲੋ ਕੇ ਮਹਾਰਾਜ ਜੀ ਇਹਨਾਂ ਯੋਧਿਆਂ ਦਾ ਜੰਗ ਵੇਖ ਰਹੇ ਸਨ। ਦੋਹ ਦਿਸ਼ ਕੋ ਤਬ ਪਿਖਹਿ ਤਮਾਸ਼ਾ। ਦੋਨਾਂ ਪਾਸਿਆਂ ਦੇ ਸੂਰਮਿਆਂ ਵਿੱਚ ਭਾਰੀ ਉਤਸ਼ਾਹ ਬਣਿਆ ਹੋਇਆ ਸੀ। ਲਰੇ ਸੂਰਮੇ ਹੋਤ ਬਿਨਾਸ਼ਾ। ਸੂਰਮੇ ਯੁੱਧ ਖੇਡ ਰਹੇ ਨੇ, ਯੁੱਧ ਕਰ ਰਹੇ ਨੇ ਔਰ ਸ਼ਤਰੂਆਂ ਨੂੰ ਵਿਨਾਸ਼ ਕਰ ਰਹੇ ਹਨ। ਸਤਿਗੁਰ ਕੋ ਬਲ ਪਾਏ ਬਡੇਰਾ। ਸਤਿਗੁਰੂ ਜੀ ਦੇ ਬਲ ਤੋਂ ਬਿਨਾਂ, ਗੁਰੂ ਦੀ ਤਾਕਤ ਤੋਂ ਬਿਨਾਂ, ਗੁਰੂ ਦੇ ਭਰੋਸੇ ਤੋਂ ਬਿਨਾਂ ਕੁਝ ਨਹੀਂ ਸਰਦਾ ਗੁਰਮੁਖੋ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਪ੍ਰਤੀ ਭਰੋਸਾ ਹੈ, ਗੁਰੂ ਪ੍ਰਤੀ ਆਸ ਹੈ, ਗੁਰੂ ਪ੍ਰਤੀ ਵਿਸ਼ਵਾਸ ਹੈ, ਉਹ ਸਫਲ ਹੋ ਜਾਂਦੇ ਹਨ। ਲਰਤ ਖਾਲਸਾ ਬਦਿਓ ਅਗੇਰਾ। ਇਸ ਤਰ੍ਹਾਂ ਖਾਲਸਾ ਜਿਹੜਾ ਗੁਰੂ ਜੀ ਕੇ ਸਿੱਖ ਯੋਧੇ ਜਰਨੈਲ ਨੇ ਜੰਗ ਦੇ ਮੈਦਾਨ ਵਿੱਚ ਅੱਗੇ ਵਧ ਗਏ। ਅਰਿਓ ਜੋ ਸਨਮੁਖ ਖੜਗ ਪ੍ਰਹਾਰੀ। ਪਹਾੜੀ ਰਾਜੇ ਜਿਹੜੇ ਨੇ ਸਾਹਮਣੇ ਆਪਣੇ ਹੱਥ ਵਿੱਚ ਜੰਗੀ ਸ਼ਸਤਰ ਲੈ ਕੇ ਖੜੇ ਹੋਏ ਹਨ ਜੀ। ਰੁੰਡ ਮੁੰਡ ਕਰ ਭੂ ਪਰ ਡਾਰੇ। ਰਣ ਭੂਮੀ ਦੇ ਵਿੱਚ ਕਈਆਂ ਨੂੰ ਸਦਾ ਦੀ ਨੀਂਦ ਸਵਾ ਦਿੱਤਾ ਸਿੰਘ ਯੋਧੇ ਜਰਨੈਲਾਂ ਨੇ, ਔਰ ਬੇਅੰਤ ਪਹਾੜੀ ਧਰਤੀ ਤੋਂ ਸਦਾ ਲਈ ਖਤਮ ਕਰ ਦਿੱਤੇ। ਪਰੀ ਆਕਾਸ਼ੀ ਫੌਜਾਂ ਆਏ। ਇਹ ਦ੍ਰਿਸ਼ਟ ਫੌਜਾਂ, ਆਕਾਸ਼ੀ ਫੌਜਾਂ ਜਿਹੜੀਆਂ ਸਨ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਇਹ ਸੇਵਾ ਵਿੱਚ ਇਹ ਤਿਆਰ ਸਨ। ਜਿਤ ਕਿਤ ਦੇਖ ਰਹੇ ਬਿਸਮਾਏ। ਮਹਾਰਾਜ ਵੇਖ ਰਹੇ ਨੇ ਔਰ ਸਿੱਖ ਯੋਧੇ ਜਰਨੈਲ ਵੀ ਕਰਨੀ ਵਾਲੇ ਵੇਖ ਰਹੇ ਹਨ, ਸਭ ਵਿਸਮਾਦ ਹੋ ਰਹੇ ਨੇ। ਪੁਰਾ ਬੰਦ ਜਨ ਕਨ ਕਟ ਆਈ। ਇਸ ਤਰ੍ਹਾਂ ਜਿਵੇਂ ਵੱਡੀ ਘਟਾ ਚੜ੍ਹ ਕੇ ਆਈ ਹੋਵੇ ਤੇ ਇੱਕੋ ਥਾਂ ਦੇ ਉੱਤੇ ਉਸ ਘਟਾ ਨੇ ਭਾਰੀ ਬਾਰਿਸ਼ ਕਰ ਦੇਣੀ ਹੋਏ। ਗਨ ਗੁਲ ਕਾ ਬਰਖਾ ਬਰਖਾਈ। ਔਰ ਬੇਅੰਤ ਗੋਲੀਆਂ ਚੱਲੀਆਂ, ਬੇਅੰਤ ਤੀਰ ਵੱਜੇ ਹਨ। ਤੁਪਕਣ ਕੜਕ ਗਾਜ ਜਨ ਪਰੈ। ਔਰ ਇਸ ਤਰ੍ਹਾਂ ਗੋਲੀਆਂ ਦੀਆਂ ਆਵਾਜ਼ਾਂ ਕੜ ਕਰਦੀਆਂ ਆਉਂਦੀਆਂ ਨੇ, ਆ ਕਲੇਜਾ ਭੋਰਦੀਆਂ ਹਨ। ਛਡਾ ਪਲੀਤੇ ਤੁਖ ਤੁਖ ਟਰੈ। ਪਲੀਤਿਆਂ ਦੇ ਵਿੱਚੋਂ ਤੀਰ ਇਸ ਤਰ੍ਹਾਂ ਇੱਕ ਤੋਂ ਬਾਅਦ ਦੂਜਾ ਢੁਕਦਾ ਜਾਂਦਾ ਹੈ। ਦੁਦੰਬ ਡੋਲਨ ਸ਼ਬਦ ਮਹਾਨਾ। ਸੂਰਮਿਆਂ ਦੇ ਅੰਦਰ ਅਡੋਲਤਾ ਹੈ, ਗੁਰੂ ਭਰੋਸੇ ਯੁੱਧ ਕਰ ਰਹੇ ਹਨ। ਜਨ ਬਰਖਤ ਕਨ ਤੁਨ ਗਰ ਜਾਨਾ। ਇਸ ਤਰ੍ਹਾਂ ਗਰਜਦੇ ਨੇ ਸੂਰਮੇ, ਜਿਸ ਤਰ੍ਹਾਂ ਸਾਧ ਸੰਗਤ ਬੱਦਲ ਗਰਜਦਾ ਹੋਵੇ, ਬੱਦਲ ਦੇ ਮੌਸਮ ਵਿੱਚ, ਮੀਂਹ ਦੀ ਰੁੱਤ ਵਿੱਚ। ਕ੍ਰਿਖ ਪਾਕੀ ਸਮ ਪਰਮ ਪਹਾਰੀ। ਪਹਾੜੀਏ ਰਾਜੇ ਭਾਵੇਂ ਬਹੁਤ ਸਨ, ਉਹਨਾਂ ਦੇ ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਸੈਨਿਕ ਸਨ। ਬਲੀਆ ਚੰਦ ਤੇ ਆਲਮ ਚੰਦ ਇਹ ਜੰਗ ਦੇ ਵਿੱਚ
ਮੂਹਰੇ ਲੱਗੇ ਹੋਏ ਨੇ। ਤੋਰ ਫੋਰ ਚੂਰਨ ਕਰ ਡਾਰੀ। ਸਿੱਖ ਯੋਧਿਆਂ ਨੇ ਇਸ ਤਰ੍ਹਾਂ ਸਿਪਾਹੀਆਂ ਨੂੰ ਤੋੜ ਫੋੜ ਕੇ ਚੂਰਨ ਕਰ ਦਿੱਤਾ ਹੈ। ਹੇਲਾ ਕਾਲ ਖਾਲਸਾ ਲਰਿਓ। ਇਹ ਖਾਲਸੇ ਦਾ ਵੱਡਾ ਹੱਲਾ ਸੀ। ਸਤਿਗੁਰੂ ਜੀ ਦੇ ਭਰੋਸੇ ਇਹ ਯੁੱਧ ਕਰਨ ਵਾਲੇ ਸਨ, ਗੁਰੂ ਜੀ ਦੀ ਬਾਣੀ ਪੜ੍ਹਨ ਵਾਲੇ ਸਨ ਤੇ ਕਲਗੀਧਰ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਸਜੇ ਹੋਏ ਸਨ। ਭਾਗਿਓ ਪ੍ਰਥਮ ਲਾਜ ਕਰ ਮੁਰਿਓ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਕਹਿੰਦੇ ਨੇ, ਬੇਅੰਤ ਪਹਾੜੀਏ ਰਾਜਿਆਂ ਨੇ ਅੱਗਾ ਕੀਤਾ ਪਰ ਉਹਨਾਂ ਦੀ ਕੋਈ ਪੇਸ਼ ਨਾ ਗਈ। ਬਲੀਆ ਚੰਦ ਆਨ ਪਗ ਰੋਪਿਓ। ਇਹਨਾਂ ਪਹਾੜੀਆਂ ਵਿੱਚੋਂ ਜਿਹੜਾ ਬਲੀਆ ਚੰਦ ਸੀ, ਭਾਵ ਜਿਹੜਾ ਆਪਣੇ ਆਪ ਨੂੰ ਬੜਾ ਬਹਾਦਰ ਕਹਿਲਾਉਂਦਾ ਸੀ, ਜਿਹਨੇ ਜੰਗ ਦੇ ਮੈਦਾਨ ਵਿੱਚ ਗੁਰੂ ਜੀ ਦਾ ਅੱਗਾ ਰੋਕਿਆ ਹੋਇਆ ਸੀ ਔਰ ਇਹਨਾਂ ਸਿਪਾਹੀਆਂ ਦੇ ਨਾਲ ਯੁੱਧ ਕਰ ਰਿਹਾ ਸੀ, ਨਾ ਉਸ ਪਹਾੜੀਏ ਰਾਜੇ ਦਾ ਬਲੀਆ ਚੰਦ ਜਾਣੋ ਜੀ। ਪਿਖ ਸਿਪਾਹ ਪਾਜੀ ਔਰ ਕੋ ਪਿਓ। ਉਸ ਦੇ ਅੰਦਰ ਸਿਪਾਹੀਆਂ ਵੱਲ ਵੇਖ ਕਰਕੇ, ਭਾਵ ਉਸ ਅੰਦਰ ਇੰਨਾ ਗੁੱਸਾ ਚੜਿਆ, ਉਹਦੇ ਅੰਦਰ ਬੜੀ ਦਲੇਰੀ ਜਾਗੀ। ਉਹਨੇ ਕਿਹਾ ਮੈਂ ਤੇ ਹੋਰ ਅੱਗੇ ਵੱਧ ਕੇ ਯੁੱਧ ਕਰਾਂਗਾ। ਇਤ ਤੇ ਉਦੇ ਸਿੰਘ ਤਰ ਤੀਰ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਇਧਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਸਤਿਕਾਰਯੋਗ ਭਾਈ ਸਾਹਿਬ ਭਾਈ ਉਦੈ ਸਿੰਘ ਜੀ, ਇਹ ਵੀ ਰਣ ਭੂਮੀ ਵਿੱਚ ਉਸੇ ਥਾਂ ਦੇ ਉੱਤੇ ਬਿਰਾਜਦੇ ਨੇ। ਪਹੁੰਚੇ ਓਲੇ ਸਿੰਘਣ ਕੀ ਪੀਰ। ਤੇ ਭਾਈ ਉਦੈ ਸਿੰਘ ਜੀ ਆਪਣੇ ਨਾਲ ਆਪਣੇ ਸਾਥੀਆਂ ਨੂੰ ਲੈ ਕੇ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਗੁਰਸਿੱਖਾਂ ਨੂੰ ਲੈ ਕੇ, ਆਪਣੇ ਗੁਰ ਭਾਈਆਂ ਨੂੰ ਨਾਲ ਲੈ ਕੇ ਭਾਈ ਉਦੈ ਸਿੰਘ ਨੇ ਆਪਣੇ ਵੱਲੋਂ ਇਉਂ ਵੀਰਤਾ ਵਿਖਾਈ ਹੈ। ਆਲਮ ਚੰਦ ਖੜਗ ਕਰ ਨੰਗਾ। ਜਦੋਂ ਆਲਮ ਚੰਦ ਨੇ ਆਪਣੀ ਤਲਵਾਰ ਨੂੰ ਬਿਲਕੁਲ ਨੰਗਿਆ ਕੀਤਾ ਹੋਇਆ ਸੀ ਤੇ ਰਣ ਭੂਮੀ ਵਿੱਚ ਉਹ ਯੁੱਧ ਦੇ ਮੈਦਾਨ ਵਿੱਚ ਭਾਵ ਪੂਰਾ ਮੰਡਿਆ ਹੋਇਆ ਸੀ। ਪਇਓ ਸਮੁਖ ਚਾਹਤ ਰਣ ਜੰਗਾ। ਉਹ ਚਾਹੁੰਦਾ ਸੀ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਯੋਧਿਆਂ ਨਾਲ ਰਣ ਕਰਕੇ ਸ਼ਾਇਦ ਮੈਨੂੰ ਵਿਜੈ ਮਿਲ ਜਾਏ। ਆਲਮ ਸਿੰਘ ਕੁਪਿਓ ਇਸ ਦੇਖ। ਇਸ ਆਲਮ ਚੰਦ ਦੇ ਵੱਲ, ਇਸ ਪਹਾੜੀ ਸਿਪਾਹੀ ਜਰਨੈਲ ਦੇ ਵੱਲ, ਇਧਰੋਂ ਗੁਰੂ ਜੀ ਦਾ ਸਿੱਖ, ਉਸ ਦਾ ਵੀ ਨਾਮ ਆਲਮ ਸਿੰਘ ਜਾਣੋ ਜੀ। ਦੋਨੋਂ ਕੇ ਮਨ ਕੋਪ ਵਿਸ਼ੇਖ। ਦੋਨਾਂ ਦੇ ਪਾਸੇ ਭਾਵ ਵੀਰਤਾ ਬੜੀ ਜਗੀ ਹੋਈ ਹੈ। ਕਵੀ ਸੰਤੋਖ ਸਿੰਘ ਨੇ ਜੇ ਆਪਣੇ ਗੁਰਸਿੱਖਾਂ ਦੀ ਵੀਰਤਾ ਦੀ ਗੱਲ ਕੀਤੀ ਹੈ, ਜੰਗ ਦੇ ਮੈਦਾਨ ਵਿੱਚ ਗੁਰੂ ਜੀ ਕੇ ਜੁਝਾਰੂ ਯੋਧਿਆਂ ਦੀ ਗੱਲ ਵੀਰਤਾ ਵਿੱਚ ਵਿਖਾਈ ਹੈ, ਤੇ ਜਿਹੜਾ ਸਾਹਮਣੇ ਸ਼ਤਰੂ ਹੈ ਉਹਦੇ ਬਾਰੇ ਵੀ ਉਹਨਾਂ ਨੇ ਉਹੀ ਕਲਮ ਵਰਤੀ ਹੈ ਕਿ ਜਿਹੜਾ ਸ਼ਤਰੂ ਉਹ ਵੀ ਘੱਟ ਨਹੀਂ, ਉਹਦੇ ਕੋਲੇ ਵੀ ਬੜੀ ਤਾਕਤ ਹੈ, ਬੜਾ ਬਲ ਹੈ, ਬੜੀ ਆਸ ਲੈ ਕੇ ਉਹ ਜੰਗੇ ਮੈਦਾਨ ਵਿੱਚ ਆਇਆ ਹੋਇਆ ਹੈ। ਦੋਨੋਂ ਗਏ ਸਿਪਰ ਸ਼ਮਸ਼ੇਰ। ਔਰ ਇਸ ਤਰ੍ਹਾਂ ਇੱਕ ਪਾਸੇ ਬਲੀਆ ਚੰਦ ਹੈ, ਇੱਕ ਪਾਸੇ ਗੁਰੂ ਮਹਾਰਾਜ ਜੀ ਦਾ ਸਿੱਖ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਦਰੋਂ ਘਰੋਂ ਨਵਾਜਿਆ ਭਾਈ ਆਲਮ ਸਿੰਘ ਹੈ। ਕਾਤ ਕਰਨ ਝੂਟੇ ਜ਼ਮਸ਼ੇਰ। ਔਰ ਰਣ ਭੂਮੀ ਵਿੱਚ ਜੰਗੇ ਮੈਦਾਨ ਅੰਦਰ ਦੋਨਾਂ ਪਾਸਿਆਂ ਤੋਂ ਯੋਧੇ ਛਿੜ ਗਏ। ਬਾਮ ਦਾਹਨੇ ਫਿਰ ਮਿਲ ਗਏ। ਆਮੋ ਸਾਹਮਣੇ ਪਹਿਲਾਂ ਦੋਨਾਂ ਦੇ ਵਾਰ ਪਏ ਤੇ ਫਿਰ ਦਾएं ਬਾएं ਹੋ ਕੇ, ਖੱਬੇ ਸੱਜੇ ਹੋ ਕੇ ਲੜਨਾ ਸ਼ੁਰੂ ਕਰ ਦਿੱਤਾ। ਖੜਗ ਪ੍ਰਹਾਰ ਪ੍ਰਹਾਰਤ ਪਏ। ਔਰ ਇਸ ਤਰ੍ਹਾਂ ਭਾਵ ਸ੍ਰੀ ਸਾਹਿਬ ਦਾ ਵਾਰ, ਤਲਵਾਰ ਦਾ ਵਾਰ ਆਮੋ ਸਾਹਮਣੇ ਪਿਆ ਪੈਂਦਾ ਹੈ। ਗਿਰਪਤ ਸਮੁਖ ਸਿਪਰ ਕਰ ਦਈ। ਜਦੋਂ ਗੁਰੂ ਕੇ ਸਿੱਖ ਭਾਈ ਆਲਮ ਸਿੰਘ ਜੀ ਨੇ ਵਾਰ ਕੀਤਾ ਤੇ ਬੜੀ ਫੁਰਤੀ ਨਾਲ, ਬੜੀ ਤਾਕਤ ਦੇ ਨਾਲ, ਬੜੇ ਬਲ ਦੇ ਨਾਲ ਉਸ ਪਹਾੜੀਏ ਨੇ ਰੋਕਿਆ ਔਰ ਆਪਣੀ ਸਿਫਰ, ਆਪਣੀ ਢਾਲ ਅੱਗੇ ਕਰ ਦਿੱਤੀ ਹੈ। ਰੋਕਿਓ ਵਾਰ ਹੋਤੇ ਬਲਮਈ। ਇਸ ਤਰ੍ਹਾਂ ਬਲ ਦੇ ਨਾਲ ਹੀ ਉਸ ਯੋਧੇ ਦਾ ਵਾਰ ਗੁਰੂ ਕੇ ਸਿੱਖ ਨੇ ਰੋਕਿਆ ਆਪਣੇ ਵੱਲੋਂ, ਆਪਣੇ ਬਲ ਨਾਲ, ਆਪਣੀ ਤਾਕਤ ਨਾਲ। ਆਲਮ ਚੰਦ ਦਾ ਕੀਤਾ ਹੋਇਆ ਵਾਰ ਵੀ ਸਿੱਖ ਜਰਨੈਲ ਨੇ ਰੋਕਿਆ ਜੀ। ਤੇਹ ਪਾਛੈ ਨਿਜ ਵਾਰ ਪ੍ਰਹਾਰਾ। ਔਰ ਉਸ ਤੋਂ ਪਿੱਛੇ ਫਿਰ ਇੱਕ ਚੰਗਾ ਵਾਰ, ਕਰਾਰਾ ਵਾਰ, ਬਲ ਵਾਲਾ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਉਸ ਯੋਧੇ ਜਰਨੈਲ ਭਾਈ ਆਲਮ ਸਿੰਘ ਨੇ ਉਸ ਆਲਮ ਚੰਦ ਦੇ ਵੱਲ
ਵਾਰ ਟਕਾ ਕੇ ਕੀਤਾ ਹੈ। ਖੜਗ ਸਮੇਤ ਹਾਥ ਕਰ ਡਾਰਾ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਧੰਨ ਹੋ। ਧੰਨ ਨੇ ਤੁਹਾਡੇ ਸਿੱਖ, ਧੰਨ ਹੈ ਤੁਹਾਡਾ ਖਾਲਸਾ, ਧੰਨ ਹੈ ਉਹ ਤੁਹਾਡੇ ਜਰਨੈਲ ਯੋਧੇ ਜੁਝਾਰੂ ਬੰਕੇ ਵੀਰ। ਐਸਾ ਆਲਮ ਸਿੰਘ ਨੇ ਵਾਰ ਕੀਤਾ, ਐਸਾ ਵਾਰ ਕੀਤਾ। ਕਵੀ ਜੀ ਕਹਿੰਦੇ ਨੇ ਕਿ ਆਲਮ ਚੰਦ ਅੱਗੋਂ ਵਾਰ ਰੋਕਣਾ ਚਾਹੁੰਦਾ, ਪਰ ਉਸ ਤੋਂ ਵਾਰ ਨਹੀਂ ਰੁਕਿਆ। ਅਤੇ ਜਿਹੜੇ ਹੱਥ ਵਿੱਚ ਉਹਨੇ ਤਲਵਾਰ ਪਕੜੀ ਹੋਈ ਸੀ, ਤਲਵਾਰ ਦਾ ਮੁੱਠਾ ਜਿਹਦੇ ਹੱਥ ਵਿੱਚ ਹੋਵੇ ਮਜ਼ਬੂਤ ਕਰਕੇ, ਜਿਸ ਨੇ ਤਲਵਾਰ ਪਕੜੀ ਹੋਵੇ, ਅਤੇ ਗੁਰੂ ਕੇ ਸਿੱਖ ਯੋਧੇ ਜਰਨੈਲ ਨੇ ਇੰਨੀ ਬਹਾਦਰੀ ਨਾਲ, ਇੰਨੀ ਫੁਰਤੀ ਨਾਲ, ਇੰਨੇ ਬਲ ਨਾਲ ਸਾਧ ਸੰਗਤ ਵਾਰ ਕੀਤਾ ਕਿ ਆਲਮ ਚੰਦ ਦਾ ਉਹ ਹੱਥ, ਜਿਸ ਹੱਥ ਵਿੱਚ ਤਲਵਾਰ ਪਕੜੀ ਹੋਈ ਸੀ, ਉਹ ਤਲਵਾਰ ਦੇ ਸਮੇਤ ਹੱਥ ਹੀ ਉਤਾਰ ਦਿੱਤਾ ਹੈ। ਤਿਸ ਕੇ ਪਟ ਪਹੁੰਚੇ ਲੈ ਆਗਾ। ਜਦੋਂ ਆਲਮ ਚੰਦ ਦਾ ਹੱਥ ਉਹੀ ਤਲਵਾਰ ਵਾਲਾ ਵੱਢਿਆ ਗਿਆ, ਉਹੀ ਹੱਥ ਜਿਹੜਾ ਹੈ ਉਹ ਭੋਏ 'ਤੇ ਗਿਰ ਗਿਆ ਤਲਵਾਰ ਸਮੇਤ। ਫਿਰ ਉਸ ਤੋਂ ਆਪਣਾ ਆਪ ਨਾ ਸੰਭਾਲਿਆ ਗਿਆ। ਇੰਨਾ ਵੱਡਾ ਉਸ ਦਾ ਜ਼ਖਮ, ਇੰਨੀ ਵੱਡਾ ਉਸ ਨੂੰ ਭਾਵ ਇਹ ਦੁੱਖ ਲੱਗਾ, ਝਟਕਾ ਲੱਗਿਆ ਕਿ ਉਹ ਤਰਾ ਕਰਦਾ ਹੋਇਆ ਉਥੋਂ ਦੌੜ ਖਲੋਤਾ ਹੈ। ਆਲਮ ਚੰਦ ਤਿਆਗ ਰਣ ਪਾਗਾ। ਆਲਮ ਚੰਦ ਨੇ ਰਣ ਛੱਡ ਦਿੱਤਾ, ਜੰਗ ਛੱਡ ਦਿੱਤਾ, ਕਿਉਂਕਿ ਉਹਦੇ ਪਾਸ ਨਾ ਹੁਣ ਤਲਵਾਰ ਰਹੀ, ਨਾ ਤਲਵਾਰ ਨੂੰ ਚਲਾਉਣ ਵਾਲਾ ਹੱਥ ਰਿਹਾ। ਉਹ ਤੇ ਭੋਏ 'ਤੇ, ਔਰ ਉਸ ਤੋਂ ਬਾਅਦ ਉਹ ਛੱਡ ਕੇ ਮੈਦਾਨ ਚੱਲ ਵਸਿਆ ਜੀ। ਕਿਮ ਆਲਮ ਸਿੰਘ ਲੈ ਕਰ ਫਤਿਹ। ਇਸ ਤਰ੍ਹਾਂ ਗੁਰੂ ਕੇ ਸਿੱਖ ਨੇ ਉਸ ਥਾਂ ਉਤੇ ਭਾਈ ਆਲਮ ਸਿੰਘ ਜੀ ਨੇ ਪਹਿਲੀ ਫਤਿਹ ਜਿਹੜੀ ਹੈ ਸਾਧ ਸੰਗਤ ਪ੍ਰਾਪਤ ਕੀਤੀ, ਔਰ ਜੰਗ ਦੇ ਮੈਦਾਨ ਵਿੱਚੋਂ ਗੁਰੂ ਮਹਾਰਾਜ ਜੀ ਦੀ ਜੈ ਜੈ ਦੇ ਵਾਜੇ ਉੱਠ ਪਏ। ਵਾਹਿਗੁਰੂ ਜੀ ਕੀ ਕਹਿ ਫਤਿਹ। ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਕਿਹਾ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਮਿਹਰਮਤ ਦੇ ਨਾਲ, ਤੁਹਾਡੀਆਂ ਬਖਸ਼ਿਸ਼ਾਂ ਦੇ ਨਾਲ ਆਲਮ ਚੰਦ ਨੂੰ ਇਸ ਤਰ੍ਹਾਂ ਫਟੜ ਕਰਕੇ ਆਇਆ ਕਿ ਉਹ ਅੱਗੇ ਕਿਤੇ ਜੰਗ ਦੇ ਮੈਦਾਨ ਵਿੱਚ ਤਲਵਾਰ ਨਹੀਂ ਚਲਾ ਸਕੇਗਾ। ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਨੇ ਫਤਿਹ ਬਖਸ਼ੀ ਹੈ। ਦਿਸ਼ਾ ਦੂਸਰੀ ਬਲੀਆ ਚੰਦ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਦੂਜੇ ਪਾਸੇ ਬਲੀਆ ਚੰਦ ਦਾ ਵੀ ਸੁਣੋ ਇਤਿਹਾਸ। ਬਲੀਆ ਚੰਦ ਵੀ ਆਪਣੇ ਆਪ ਨੂੰ ਬੜਾ ਬਹਾਦਰ ਗਿਣਦਾ ਹੈ। ਉਹ ਕਹਿੰਦਾ, ਮੈਂ ਹੀ ਸਾਰਿਆਂ ਸੂਰਮਿਆਂ ਤੋਂ ਵੱਡਾ ਹਾਂ, ਮੇਰੇ ਅੰਦਰ ਹੀ ਬਹੁਤਾ ਬਲ ਹੈ। ਉਸ ਦੀ ਸੁਣੋ ਕਹਾਣੀ ਜੀ। ਲਰਤ ਕਰਤ ਉਤ ਸਾਹ ਬਿਲੰਦ। ਜੰਗ ਕਰਨ ਵਾਸਤੇ ਉਹਦੇ ਅੰਦਰ ਬੜਾ ਉਤਸ਼ਾਹ ਹੈ। ਉਹ ਬੜਾ ਉਤਸ਼ਾਹ ਪੂਰਵਕ ਹੋ ਕਰਕੇ ਰਣ ਭੂਮੀ ਦੇ ਵਿੱਚ ਆ ਕੇ ਯੁੱਧ ਕਰਦਾ ਹੈ। ਉੱਚੀ ਧੁਨ ਤੇ ਬਾਜਤ ਢੋਲ। ਇਸ ਤਰ੍ਹਾਂ ਉੱਚੇ ਢੋਲ ਵੱਜ ਰਹੇ ਨੇ, ਕਿਉਂਕਿ ਇਹਨਾਂ ਨਗਾਰਿਆਂ ਦੇ ਨਾਲ, ਇਹਨਾਂ ਆਵਾਜ਼ਾਂ ਦੇ ਨਾਲ ਯੋਧਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਲਲਕਾਰਤ ਸੂਰਨ ਕੋ ਢੋਲ। ਆਪਦੇ ਆਪ ਵੱਲੋਂ ਲਲਕਾਰਦਾ ਹੈ ਸੂਰਮਿਆਂ ਨੂੰ, ਸਿੱਖ ਜਰਨੈਲਾਂ ਨੂੰ ਨਕਾਰਦਾ ਹੈ, ਔਰ ਲਲਕਾਰਦਾ ਹੋਇਆ ਕਹਿੰਦਾ ਕਿ ਆਓ ਮੇਰੇ ਨਾਲ ਕੋਈ ਯੁੱਧ ਕਰੋ। ਐਚ ਐਚ ਤਨ ਬਾਣ ਚਲਾਵੇ। ਉਹ ਖਿੱਚ ਖਿੱਚ ਕੇ ਬਾਣ ਛੱਡਦਾ ਹੈ, ਐਂਚ ਐਂਚ ਨਿਸ਼ਾਨਾ ਬੰਨ ਬੰਨ ਤੀਰ ਚਲਾਉਂਦਾ ਹੈ। ਤਨ ਸਿੰਘਨ ਕੇ ਪੁੰਜ ਤਸਾਵੇ। ਔਰ ਸਿੱਖ ਯੋਧਿਆਂ ਦੇ ਵੱਲ ਪਾਵੋ ਤੀਰ ਛੱਡਦਾ ਹੋਇਆ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਬਲੀਆ ਚੰਦ ਸ਼ਾਇਦ ਇਸ ਦੀ ਮੌਤ ਨੇੜੇ ਆਈ ਹੋਵੇ, ਇਸ ਤਰ੍ਹਾਂ ਵਾਰ-ਵਾਰ ਸਿੰਘਾਂ ਨੂੰ ਵੰਗਾਰ ਰਿਹਾ ਹੈ। ਉਦੇ ਸਿੰਘ ਚਲ ਸਨਮੁਖ ਹੋਵਾ। ਭਾਈ ਉਦੈ ਸਿੰਘ ਦੇ ਵੱਲ ਇਹ ਵਧਿਆ। ਭਾਈ ਉਦੈ ਸਿੰਘ ਵੱਲ ਇਸ ਨੇ ਆਪਣੀ ਵੀਰਤਾ ਵਿਖਾਉਣੀ ਚਾਹੀ। ਭਾਈ ਉਦੈ ਸਿੰਘ ਵੱਲ ਇਸ ਨੇ ਆਪਣਾ ਵਾਰ ਕਰਨ ਦਾ ਯਤਨ ਕੀਤਾ ਜੀ। ਸਿੰਘਨ ਜੰਗ ਕਰਿਓ ਰਿਪ ਜੋਵਾ। ਰਣ ਭੂਮੀ ਵਿੱਚ ਸਿੰਘ ਯੋਧੇ ਜਿਹੜੇ ਨੇ ਗੱਜੇ ਨੇ ਗੁਰਮੁਖੋ। ਰਣ ਭੂਮੀਆਂ ਉਹਨਾਂ ਨੇ ਵੇਖੀਆਂ ਨੇ, ਜੰਗ ਦੇ ਮੈਦਾਨ ਉਹਨਾਂ ਵੇਖੇ ਨੇ, ਜੰਗ ਦੇ ਮੈਦਾਨ ਉਹਨਾਂ ਜਿੱਤੇ ਵੀ ਨੇ, ਔਰ ਸ਼ਸਤਰਾਂ ਨਾਲੋਂ ਖੇਲੇ ਹਨ। ਕਿਆ ਦੇਖਤ ਹੋ ਫਤਹੁ ਤੁਫੰਗੇ। ਔਰ ਇਸ ਤਰ੍ਹਾਂ ਯੋਧਾ ਜਰਨੈਲ ਵੇਖਦਾ ਤੇ ਕਿਸੇ ਨਾ ਕਿਸੇ ਤਰ੍ਹਾਂ ਮੈਂ ਇਸ ਉੱਤੇ ਵਾਰ ਕਰਾਂ, ਔਰ ਐਸਾ ਵਾਰ ਕਰਾਂ ਕਿ ਇਸ ਨੂੰ ਸਦਾ ਲਈ ਖਤਮ ਕਰ ਦੇਵਾਂ। ਆਵਹਿ ਸ਼ਤਰੂ ਵਦਿਓ ਕੁਟੰਗੇ। ਜਦੋਂ ਭਾਈ ਉਦੈ ਸਿੰਘ ਨੇ ਵੇਖ ਲਿਆ ਕਿ ਜਿਹੜਾ ਸ਼ਤਰੂ ਹੈ, ਜਿਹੜਾ ਦੁਸ਼ਮਣ ਹੈ, ਉਹ ਹੋਰ ਤਰੀਕੇ ਦੇ ਨਾਲ, ਗਲਤ ਰਣਨੀਤੀ ਦੇ ਨਾਲ
ਉਹ ਅੱਗੇ ਵਧ ਰਿਹਾ ਹੈ। ਸੁਨਤ ਖਾਲਸੇ ਇੱਕ ਵਿਰ ਸ਼ੋਰੀ। ਗੁਰੂ ਕੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜਦੋਂ ਭਾਈ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਵਾਰ ਉਸ ਸ਼ਤਰੂ ਵੱਲ ਕਰੋ, ਇਸ ਤਰ੍ਹਾਂ ਬੰਦੂਕਾਂ ਉਸ ਵੱਲ ਨੋਕ ਦੇਣਾ ਕਰੋ। ਚਲੀ ਸਮੂਹ ਸ਼ੂਕਤੀ ਗੋਰੀ। ਤੇ ਸਮੂਹ ਸਿੱਖ ਯੋਧੇ ਜਰਨੈਲਾਂ ਨੇ ਜਦੋਂ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਇਉਂ ਗੋਲੀਆਂ ਦੀ ਵਰਖਾ ਵਾਰ-ਵਾਰ ਵਧਣ ਲੱਗੀ। ਬਲੀਆ ਚੰਦ ਜੰਗ ਮਹਿ ਲਾਗੀ। ਇੱਕ ਯੋਧੇ ਜਰਨੈਲ ਤੋਂ ਉੱਠੀ ਹੋਈ ਬੰਦੂਕ ਦੀ ਗੋਲੀ ਗੁਰਮੁਖੋ ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹ ਆ ਕਰਕੇ ਬਲੀਆ ਚੰਦ ਦੇ ਲੱਤ ਉੱਤੇ ਆ ਕੇ ਵੱਜੀ ਔਰ ਉਸ ਦੇ ਪੱਟ ਵਿੱਚ ਦੀ ਗੁਜ਼ਰ ਗਈ। ਪਟ ਬਹੁ ਮਰੇ ਚਮੂਹ ਬਹੁ ਪਾਗੀ। ਔਰ ਬਹੁਤ ਸਾਰੇ ਪਹਾੜੀ ਸੈਨਿਕ ਜਿਹੜੇ ਸਨ ਉਹ ਮਰਨ ਲੱਗੇ, ਰਣ ਭੂਮੀ ਵਿੱਚ ਗਿਰਨ ਲੱਗੇ ਔਰ ਬਹੁਤ ਸਾਰੇ ਡਰਦੇ ਹੋਏ ਆਪਣਾ ਮੈਦਾਨ ਛੱਡ ਕੇ ਭੱਜ ਗਏ। ਜਦੋਂ ਬਲੀਆ ਚੰਦ ਦੇ ਪੱਟ ਵਿੱਚ ਗੋਲੀ ਲੱਗੀ ਔਰ ਉਸ ਦਾ ਐਸਾ ਗਹਿਰਾ ਜ਼ਖਮ ਹੋਇਆ ਉਹ ਵੀ ਉਸ ਤਾਰ ਨੂੰ ਨਹੀਂ ਸਹਾਰ ਰਿਹਾ ਸੀ। ਕਾਇਲ ਹੋਏ ਬਲੀਆ ਹਟ ਪਰਿਓ। ਕੈਲ ਹੋ ਕੇ ਬਲੀਆ ਚੰਦ ਵੀ ਪਿਛਾਂ ਹਟ ਗਿਆ। ਬਹੁਰ ਪਹਾੜੀ ਨਹਿ ਕੋ ਥਿਰਿਓ। ਫਿਰ ਗੁਰੂ ਖਾਲਸੇ ਦੇ ਅੱਗੇ ਕਿਸ ਪਹਾੜੀ ਨੇ ਰੁਕਣਾ ਸੀ? ਫਿਰ ਕਿਹੜਾ ਯੋਧਾ ਜਿਹੜਾ ਸੀ ਉਹ ਸਤਿਗੁਰੂ ਜੀ ਦੇ ਸੂਰਮੇ ਅੱਗੇ ਰੁਕ ਜਾਂਦਾ। ਚਲੇ ਪਲਾਇਣ ਹੋਏ ਬਿਨ ਤੀਰ। ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁਰਮੁਖੋ ਇਸ ਤਰ੍ਹਾਂ ਦੋਨੇ ਜਿਹੜੇ ਜਰਨੈਲ ਸਨ ਬਲੀਆ ਚੰਦ ਔਰ ਆਲਮ ਚੰਦ ਇਹ ਵੱਡੇ ਘਾਉ ਖਾ ਕੇ, ਵੱਡੇ ਜ਼ਖਮ ਖਾ ਕੇ ਰਣ ਭੂਮੀ ਛੱਡ ਕੇ ਚਲੇ ਗਏ। ਤੇ ਫਿਰ ਪਿੱਛੋਂ ਕਿਸ ਨੇ ਲੜਨਾ ਸੀ? ਫਿਰ ਕੋਈ ਯੋਧਾ, ਫਿਰ ਕੋਈ ਜਰਨੈਲ, ਫਿਰ ਕੋਈ ਸਿਪਾਹੀ ਲੜਨ ਜੋਗਾ ਰਿਹਾ ਨਾ। ਪਰੇ ਗਗਨ ਕੇ ਬੜ ਬਰ ਵੀਰ। ਔਰ ਰਣ ਭੂਮੀ ਵਿੱਚ ਇਸ ਤਰ੍ਹਾਂ ਬੁਰਿਆਂ ਨੇ, ਇਸ ਤਰ੍ਹਾਂ ਯੋਧਿਆਂ ਨੇ ਆਪਣਾ ਰਣ ਵਿਖਾਇਆ ਜੀ। ਅਤੇ ਸੈਂਕੜੇ ਜੋ ਅਰ ਰਹੇ। ਇਸ ਤਰ੍ਹਾਂ ਫਤਿਹ ਮਿਲੀ ਗੁਰੂ ਕੇ ਖਾਲਸੇ ਨੂੰ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੈ ਜੈ ਕਰਦੇ ਹੋਏ ਸਾਹਿਬ ਦੇ ਨੇੜੇ ਪੁੱਜੇ ਹਨ। ਭਜੀ ਸਿਪਾਹ ਤਰਾਸ ਕੋ ਗਏ। ਤੇ ਸਿਪਾਹੀਆਂ ਦੇ ਅੰਦਰ ਇੰਨਾ ਡਰ, ਉਹ ਇੰਨੇ ਭੈਭੀਤ ਹੋ ਗਏ ਕਿ ਸਾਡੇ ਦੋ ਜਰਨੈਲ ਜਿਹੜੇ ਉਹ ਵੀ ਐਸੇ ਜ਼ਖਮੀ ਹੋ ਗਏ ਕਿ ਦੁਬਾਰਾ ਜੰਗ ਦੇ ਮੈਦਾਨ ਵਿੱਚ ਆਉਣ ਜੋਗੇ ਨਹੀਂ ਰਹੇ। ਇਹਨਾਂ ਯੋਧਿਆਂ ਨੇ, ਇਹਨਾਂ ਸਿਪਾਹੀਆਂ ਨੇ, ਇਹਨਾਂ ਜਰਨੈਲਾਂ ਨੇ ਇਸ ਤਰ੍ਹਾਂ ਦਾਅ ਕੀਤਾ ਹੈ, ਇਸ ਤਰ੍ਹਾਂ ਘਾਉ ਕੀਤੇ ਹਨ ਕਿ ਇਹ ਜਿਹੜੇ ਦੋਨੇ ਮੁਖੀਏ ਨੇ ਹੁਣ ਰਣ ਭੂਮੀ ਵਿੱਚ ਦੁਬਾਰਾ ਜੰਗ ਕਰਨ ਜੋਗੇ ਨਹੀਂ ਬਚੇ ਜੀ। ਰਾਮ ਕੋਇ ਰਜ਼ਬ ਕਹਿਤ ਪ੍ਰਸੰਗ। ਕਵੀ ਜੀ ਕਹਿੰਦੇ ਨੇ ਉਸ ਟਾਈਮ ਇਹ ਸਾਰੀ ਗੱਲਬਾਤ ਬਾਬਾ ਰਾਮ ਕੁਐਰ ਜੀ ਜਿਹੜੇ ਉਸ ਟਾਈਮ ਬੜੇ ਛੋਟੇ ਸਨ ਤੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਹਜ਼ੂਰ ਸਨ ਔਰ ਗੁਰਮੁਖੋ ਬਾਬਾ ਬੁੱਢਾ ਜੀ ਦੀ ਅੰਸ਼ ਬੰਸ ਵਿੱਚੋਂ ਹਨ। ਔਰ ਕਵੀ ਜੀ ਕਹਿੰਦੇ ਨੇ ਰਾਮ ਕੁਐਰ ਭਾਈ ਇਸ ਤਰ੍ਹਾਂ ਕਹਿੰਦੇ ਨੇ ਤਬ ਮੈਂ ਹੁਤੋ ਪ੍ਰਭੂ ਕੇ ਸੰਗ। ਭਾਈ ਰਾਮ ਕੁਐਰ ਜੀ ਕਹਿਣ ਲੱਗੇ ਕਿ ਸਤ ਸੰਗਿਓ ਗੁਰਮੁਖੋ, ਸਾਧ ਸੰਗਤ ਗੁਰੂ ਕੇ ਪਿਆਰ ਵਾਲੇ ਗੁਰਸਿੱਖੋ ਕਿ ਉਸ ਟਾਈਮ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਾਂ। ਹੁਤੋ ਅਵਸਥਾ ਬਿਖੈ ਛੁਟੇਰਾ। ਭਾਈ ਸਾਹਿਬ ਕਹਿੰਦੇ ਨੇ ਉਸ ਟਾਈਮ ਮੈਂ ਬਹੁਤ ਛੋਟਾ ਸਾਂ, ਉਮਰ ਕਰਕੇ ਮੈਂ ਕੋਈ ਜ਼ਿਆਦਾ ਵੱਡਾ ਨਹੀਂ ਸਾਂ, ਛੋਟੀ ਉਮਰ ਸੀ, ਭਾ ਬਾਲ ਅਵਸਥਾ ਸੀ ਮੇਰੀ। ਮਰੇ ਸਿੰਘ ਕੇ ਤਕਰਣ ਹੇਰਾ। ਭਾਈ ਰਾਮ ਕੁਐਰ ਜੀ ਕਹਿਣ ਲੱਗੇ ਕਿ ਮੈਂ ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਸਿੱਖ ਨੇ ਇੰਨੇ ਵੀਰ ਨੇ, ਇੰਨੇ ਬਹਾਦਰ ਨੇ, ਇੰਨੇ ਯੋਧੇ ਜਰਨੈਲ ਹਨ ਔਰ ਉਹਨਾਂ ਦੇ ਸਾਹਮਣੇ ਭਾਵ ਅਨੇਕ ਸਿਪਾਹੀ ਜਿਹੜੇ ਨੇ ਪਹਾੜੀ ਉਹ ਸਦਾ ਦੀ ਨੀਂਦ ਸੌਂ ਗਏ। ਉਹਨਾਂ ਦੇ ਸਰੀਰਾਂ ਵਿੱਚ ਸਰੋਣ ਵਗਦਾ ਹੋਇਆ ਭਾਈ ਰਾਮ ਕੁਐਰ ਕਹਿਣ ਲੱਗੇ ਮੈਂ ਵੇਖਿਆ, ਮੈਂ ਆਪਣੀ ਅੱਖਾਂ ਦੇ ਨਾਲ ਇਹ ਸਭ ਕੁਝ ਜਦੋਂ ਤੱਕਿਆ ਤਾਂ ਤਬ ਮੁਝ ਕੋ ਕੰਪਾ ਹੋਇ ਆਈ। ਮੈਂ ਹੈਰਾਨ ਰਹਿ ਗਿਆ ਭਾ ਮੇਰੇ ਅੰਦਰ ਅਨੇਕ ਤਰ੍ਹਾਂ ਦੇ ਵਲਵਲੇ ਚੱਲਣ ਲੱਗ ਪਏ, ਵਿਚਾਰਾਂ ਚੱਲਣ ਲੱਗ ਪਈਆਂ। ਮੈਂ ਥੋੜ੍ਹਾ ਭੈਭੀਤ ਵੀ ਹੋਇਆ, ਥੋੜ੍ਹਾ ਡਰ ਵੀ ਗਿਆ ਕਿਉਂਕਿ ਛੋਟਾ ਸਾਂ। ਉਪਜਿਉ ਹਿਰਦੈ ਤਰਾਸ ਸਮੁਦਾਈ। ਬਾਬਾ ਰਾਮ ਕੁਐਰ ਜੀ ਕਹਿੰਦੇ ਨੇ ਮੇਰੇ ਅੰਦਰ ਇਹ ਡਰ ਬਣ ਗਿਆ ਕਿਉਂਕਿ ਬਚਪਨ ਸੀ, ਛੋਟੀ ਉਮਰ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਖੜਾ ਹੋਇਆ ਸੀ ਔਰ ਮੈਂ ਹੈਰਾਨ ਰਹਿ ਗਿਆ ਕਿ ਜਦੋਂ ਜੰਗ ਦੇ ਮੈਦਾਨ ਵਿੱਚ ਐਸਾ ਸੂਰਮਿਆਂ ਨੇ ਇਹ ਰਣ ਕੀਤਾ, ਐਸਾ ਕੀਤਾ
ਕਿ ਉਹ ਪਏ ਹੋਏ ਪਹਾੜੀਆਂ ਦੇ ਸਰੀਰਾਂ ਵਿੱਚੋਂ ਜਿਹੜਾ ਸਰੋਣ ਹੈ ਉਹ ਪੱਕ ਪੱਕ ਕਰਕੇ ਨਿਕਲ ਰਿਹਾ ਹੈ। ਕਿਰਪਾ ਦ੍ਰਿਸ਼ਟੀ ਅਵਲੋਕਨ ਕਰਿਓ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬਾਬਾ ਜੀ ਕਹਿਣ ਲੱਗੇ ਮੇਰੇ ਵੱਲ ਬੜੀ ਨਜ਼ਰ ਕਰਕੇ, ਬੜੀ ਮਿਹਰਮਤ ਕਰਕੇ, ਬੜੇ ਪਿਆਰ ਦੀ ਦ੍ਰਿਸ਼ਟੀ ਨਾਲ ਭਾਈ ਰਾਮ ਕੁੰਵਰ ਕਹਿੰਦੇ ਮੇਰੇ ਵੱਲ ਸਾਹਿਬ ਨੇ ਦੇਖਿਆ। ਸ੍ਰੀ ਮੁਖ ਤੇ ਮੁਸਕਾਏ ਉਚਰਿਓ। ਔਰ ਗੁਰੂ ਜੀ ਨੇ ਨਿਮਾ ਨਿਮਾ ਆਪਣੇ ਮੁਖਾਰ ਬਿੰਦ ਵਿੱਚੋਂ ਮੁਸਕਰਾਉਂਦਿਆਂ ਹੋਇਆਂ, ਨਿਮਾ ਨਿਮਾ ਹੱਸਦਿਆਂ ਹੋਇਆਂ ਭਾਈ ਰਾਮ ਕੁੰਵਰ ਵੱਲ ਜਦੋਂ ਵੇਖਿਆ, ਉਸ ਬਾਲਕ ਦੀ ਨਿਆਈ ਬੱਚੇ ਵੱਲ ਵੇਖਿਆ ਤੇ ਸਾਹਿਬ ਥੋੜਾ ਮੁਸਕਰਾਏ, ਹੱਸਦੇ ਹੋਇਆਂ ਕਹਿਣ ਲੱਗੇ ਜਿਵੇਂ ਉਦਬ ਕੋ ਰਾਖ ਅਸ਼ੋਕ। ਕਿ ਭਲੇ ਪੁਰਖਾ ਕੀ ਹੋਇਆ, ਭਾਵ ਜਿਸ ਤਰ੍ਹਾਂ ਉਦੋਂ ਨੂੰ ਰੱਖਿਆ ਸ੍ਰੀ ਕ੍ਰਿਸ਼ਨ ਨੇ। ਕ੍ਰਿਸ਼ਨ ਸਿਧਾਰ ਗਏ ਪਰਲੋਕ। ਜਦੋਂ ਉਹ ਆਪ ਪਰਲੋਕ ਗਮਨ ਕਰ ਗਏ ਔਰ ਉਹਨਾਂ ਦੇ ਉਹ ਸੇਵਕ ਮੌਜੂਦ ਰਹੇ। ਤਿਸ ਬਿਦ ਕਰਹਿ ਗੁਰੂ ਪੀ ਕਰਨੀ। ਰਾਮ ਕੁੰਵਰ ਨੂੰ ਸਮਝਾਉਂਦੇ ਨੇ, ਭਾਵ ਬੱਚੇ ਹਨ ਅਜੇ ਉਹ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਜੀ ਨੇ ਵੀ ਉਹੀ ਕਾਰ ਕਰਨੀ ਹੈ ਕਿ ਭਾਈ ਰਾਮ ਕੁੰਵਰ ਆਪ ਜੀ ਦੀ ਉਮਰ ਵੱਡੀ ਹੈ ਔਰ ਆਪ ਜੀ ਨੇ ਅੱਗੋਂ ਬਹੁਤ ਕੁਝ ਵੇਖਣਾ ਹੈ। ਰਖ ਗੁਰ ਬਖਸ਼ ਸਿੰਘ ਤਲ ਤਰਣੀ। ਕਿਉਂਕਿ ਆਪ ਜੀ ਨੇ ਗੁਰਬਖਸ਼ ਸਿੰਘ ਬਣ ਕੇ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਦੇ ਦਰੋਂ ਕਰੋ ਖੰਡੇ ਬਾਟੇ ਦੀ ਬਹੁ ਲੈ ਕੇ ਅੰਮ੍ਰਿਤ ਛਕਿਆ ਤੇ ਰਾਮ ਕੁੰਵਰ ਤੋਂ ਭਾਈ ਗੁਰਬਖਸ਼ ਸਿੰਘ ਬਣ ਗਏ। ਬਹੁ ਰਸ ਧਾਰਨਗੇ ਪਰਲੋਕ। ਔਰ ਇਸ ਤਰ੍ਹਾਂ ਆਪ ਜੀ ਜਦੋਂ ਗੁਰਬਖਸ਼ ਸਿੰਘ ਬਣੋਗੇ, ਅਨੇਕਾਂ ਕਾਰਜ ਸਵਾਰੋਗੇ ਤੇ ਭਾਵ ਫਿਰ ਕਿਤੇ ਵੱਡੇ ਕਾਰਜ ਕਰਕੇ ਸੰਸਾਰ ਤੋਂ ਵਿਦਾ ਹੋਵੋਗੇ। ਨਹਿ ਡਰ ਬਨ ਹੋਇ ਅਸ਼ੋਕ। ਸਾਹਿਬ ਸਮਝਾ ਰਹੇ ਸੇ ਰਾਮ ਕੁੰਵਰ ਨੂੰ, ਜਿਵੇਂ ਬੱਚਿਆਂ ਨੂੰ ਸਮਝਾਈਦਾ, ਜਿਵੇਂ ਛੋਟਿਆਂ ਨੂੰ ਸਮਝਾਈਦਾ ਕਿ ਬੇਟਾ ਡਰੋ ਨਾ, ਡਰੋ ਨਾ। ਸ੍ਰੀ ਕਲਗੀਧਰ ਪਾਖਿਓ ਜਬ ਹੂੰ। ਬਾਬਾ ਰਾਮ ਕੁੰਵਰ ਜੀ ਕਹਿੰਦੇ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਮੈਨੂੰ ਇਸ ਤਰ੍ਹਾਂ ਕਿਹਾ, ਰੁਦਨ ਕਰਨ ਲਾਗਿਓ ਮੈਂ ਤਬ ਹੂੰ। ਮੈਂ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਮੇਰੇ ਅੰਦਰ ਬੈਰਾਗ ਆ ਗਿਆ ਤੇ ਬਾਬਾ ਰਾਮ ਕੁੰਵਰ ਕਹਿੰਦੇ ਮੈਂ ਫਿਰ ਆਪਣੇ ਆਪ ਨੂੰ ਸੰਜਮ ਵਿੱਚ ਨਾ ਰੱਖ ਸਕਿਆ, ਮੈਂ ਰੋਣ ਲੱਗ ਪਿਆ। ਉਹ ਮੇਰੇ ਅੰਦਰ ਦਾ ਬੈਰਾਗ ਮੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਬਣ ਕੇ ਨਿਕਲਣਾ ਸ਼ੁਰੂ ਹੋ ਗਿਆ। ਸ੍ਰੀ ਮੁਖ ਤੇ ਪੁਲ ਬਾਕ ਅਲਾਵੇ। ਤੇ ਗੁਰੂ ਮਹਾਰਾਜ ਜੀ ਮੈਨੂੰ ਬਾਤਾਂ ਵਿੱਚ ਲਾਉਂਦੇ ਸਨ, ਗੱਲਾਂ ਵਿੱਚ ਲਾਉਂਦੇ ਸਨ, ਉਹ ਗੱਲਾਂ ਸਮਝਾਉਂਦੇ ਸਨ। ਰੇ ਪੁਲ ਚਲਾਏ ਖਾਲਸਾ ਆਵੇ। ਮਹਾਰਾਜ ਕਹਿਣ ਲੱਗੇ ਰਾਮ ਕੁੰਵਰ ਬੇਟਾ ਰੋ ਨਾ, ਕਿਸੇ ਗੱਲ ਦੀ ਚਿੰਤਾ ਨਾ ਕਰ। ਗੁਰੂ ਕਾ ਖਾਲਸਾ, ਗੁਰੂ ਜੀ ਕੇ ਸਿੱਖ ਯੋਧੇ ਜਰਨੈਲ ਸ਼ਤਰੂ ਨੂੰ ਦੂਰ ਭਜਾ ਕੇ ਆਵਣਗੇ। ਤਰ ਧੀਰਜ ਕੋ ਉਰ ਨਹਿ ਰੋਵੋ। ਬੇਟਾ ਧੀਰਜ ਧਰੋ ਆਪਣੇ ਹਿਰਦੇ ਵਿੱਚ, ਹੁਣ ਰੋਵੋ ਨਾ। ਸੰਗਰ ਮਚਿਓ ਖਰੋ ਰਹੋ ਜੋਵੋ। ਬੇਟਾ ਆਪਣੇ ਨੇਤਰਾਂ ਦੇ ਨਾਲ, ਆਪਣੀ ਅੱਖਾਂ ਦੇ ਨਾਲ ਆਪਣੇ ਆਪ ਵੱਲੋਂ ਦੇਖੋ ਕਿਵੇਂ ਯੁੱਧ ਮਚਿਆ ਹੋਇਆ ਹੈ। ਇਤਨੇ ਬਿਖੈ ਪਜਾਏ ਪਹਾਰੀ। ਇਸ ਤਰ੍ਹਾਂ ਮਹਾਰਾਜ ਜੀ ਕਹਿ ਰਹੇ ਸਨ ਤੇ ਬਾਬਾ ਰਾਮ ਕੁੰਵਰ ਕਹਿੰਦੇ ਨੇ ਮੇਰੇ ਵੇਂਦਿਆਂ ਵੇਂਦਿਆਂ ਪਹਾੜੀ ਰਾਜੇ ਜੰਗ ਦੇ ਮੈਦਾਨ ਵਿੱਚੋਂ ਗੁਰੂ ਕੇ ਖਾਲਸੇ ਦਾ ਤਾਂ ਨਾਂ ਸਹਿੰਦੇ ਹੋਏ ਉਹ ਦੌੜ ਚੱਲੇ ਜੀ। ਅਰੇ ਉਰਿਓ ਤੇ ਅਦੀਨ ਸਮਾਰੀ। ਔਰ ਫਿਰ ਉੱਥੇ ਕੋਈ ਬਹਾਦਰ ਵੀਰ ਯੋਧਾ ਜਰਨੈਲ ਹੀ ਖਲਿਆ ਰਿਹਾ ਜਿਹਦੇ ਅੰਦਰ ਸਤਿਗੁਰੂ ਵੱਲੋਂ ਹਿੰਮਤ ਤੇ ਦਲੇਰੀ ਬਖਸ਼ੀ ਹੋਈ ਸੀ। ਚਮੂ ਆਕਾਸ਼ੀ ਸਭ ਚੱਲ ਗਈ। ਇਸ ਤਰ੍ਹਾਂ ਜਿਹੜੀਆਂ ਆਕਾਸ਼ੀਆ ਦ੍ਰਿਸ਼ਟ ਫੌਜਾਂ ਸਨ ਉਹ ਵੀ ਚੱਲ ਗਈਆਂ। ਅੰਤਰ ਧਿਆਨ ਬਿਲੋਕਤ ਪਈ। ਅੰਤਰਮੁਖੀ ਹੋ ਕਰਕੇ ਬਾਬਾ ਰਾਮ ਕੁੰਵਰ ਜੀ ਕਹਿੰਦੇ ਮੈਨੂੰ ਗੁਰੂ ਜੀ ਨੇ ਉਹ ਸਭ ਕੁਝ ਵਿਖਾ ਦਿੱਤਾ। ਬਹੁਰ ਖਾਲਸਾ ਹਟ ਕਰ ਆਇਓ। ਵਿਜੇ ਲੈਣ ਤੋਂ ਬਾਅਦ, ਜੰਗ ਜਿੱਤਣ ਤੋਂ ਬਾਅਦ ਖਾਲਸਾ ਵਿਜੇ ਲੈ ਕੇ ਸਿੱਖ ਵਾਪਸ ਆਏ ਨੇ। ਹਰੇ ਪ੍ਰਭੂ ਕੋ ਦਰਸ਼ਨ ਪਾਇਓ। ਕਲਗੀਧਰ ਸੱਚੇ ਪਾਤਸ਼ਾਹ ਨੂੰ ਫਤਿਹ ਗਜਾਈ ਔਰ ਦੀਦਾਰ ਪਾਏ ਜੀ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੜੀ ਕਿਰਪਾ ਦ੍ਰਿਸ਼ਟੀ ਨਾਲ
ਆਪਣੇ ਯੋਧਿਆਂ ਜਰਨੈਲਾਂ ਵੱਲ ਦੇਖਦੇ ਹਨ। ਧੀਰਜ ਦੀਨ ਸਭਨ ਕੇ ਤਾਈ, ਸਭ ਨੂੰ ਧੀਰਜ ਦੇ ਰਹੇ ਨੇ, ਸਭ ਨੂੰ ਬਖਸ਼ਿਸ਼ਾਂ ਕਰਕੇ ਨਵਾਜ ਰਹੇ ਹਨ ਜੀ। ਸਿੰਘਣ ਦਿਸ਼ ਕੋ ਪਿਕਤ ਉਚਾਰੇ, ਇਸ ਤਰ੍ਹਾਂ ਮਹਾਰਾਜ ਆਪਣੇ ਸਿੱਖ ਯੋਧਿਆਂ ਦੇ ਨਾਲ ਸਾਧ ਸੰਗਤ ਉਚਾਰਨ ਕਰਦੇ ਨੇ, ਫਰਮਾਉਂਦੇ ਨੇ, ਕਿਉਂਕਿ ਜਿਨ੍ਹਾਂ ਦੇ ਹਿਰਦੇ ਅੰਦਰ ਗੁਰਬਾਣੀ ਦਾ ਅਦਬ ਹੈ, ਗੁਰਬਾਣੀ ਪ੍ਰਤੀ ਜਿਹੜੇ ਸਮਰਪਿਤ ਨੇ, ਸਤਿਗੁਰੂ ਸੱਚੇ ਪਾਤਸ਼ਾਹ ਸਦਾ ਸਦਾ ਲਈ ਉਹਨਾਂ ਦੀ ਵੌੜੀ ਕਰਦੇ ਨੇ, ਸਦਾ ਸਦਾ ਲਈ ਉਹਨਾਂ ਉੱਤੇ ਰਹਿਮਤਾਂ ਕਰਦੇ ਨੇ, ਸਦਾ ਸਦਾ ਲਈ ਉਹਨਾਂ ਨੂੰ ਸੰਭਾਲਦੇ ਨੇ। ਗੁਰਮੁਖੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਜਿਨ੍ਹਾਂ ਨੂੰ ਆਪਣੇ ਮੁਖਾਰ ਬਿੰਦ ਵਿੱਚੋਂ ਰੱਬੀ ਬਾਣੀ ਦਾ ਕੀਰਤਨ ਸੁਣਾਇਆ ਔਰ ਕੀਰਤਨ ਰਾਗਾਂ ਦੇ ਵਿੱਚ ਗਾਇਨ ਕੀਤਾ, ਕਿਉਂਕਿ ਇਸ ਤਰ੍ਹਾਂ ਵਿਦਵਾਨ ਸੱਜਣ, ਵਿਦਵਾਨ ਪੁਰਖ, ਸਤਿਪੁਰਖ ਕਹਿੰਦੇ ਨੇ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਰੱਬੀ ਬਾਣੀ ਹੈ, ਜੋ ਧੁਰ ਕੀ ਬਾਣੀ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਜਿਸ ਦੇ ਅੰਦਰ ਭਾਵ ਆਪਣੇ ਹਿਰਦੇ ਦੇ ਅੰਦਰ ਜਿਸ ਅੰਦਰ ਪਿਆਰ ਹੈ, ਜਿਸ ਅੰਦਰ ਨਿਮਰਤਾ ਹੈ, ਜਿਸ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਹਿਰਮਤ ਕੀਤੀ ਹੈ, ਇਹ ਬਖਸ਼ਿਸ਼ ਕੀਤੀ ਹੈ, ਤੇ ਸਾਧ ਸੰਗਤ ਉਸ ਦੇ ਘਰ ਵਿੱਚ, ਉਸ ਦੇ ਹਿਰਦੇ ਵਿੱਚ ਇਹ ਟਿਕਦੀ ਜਾਂਦੀ ਹੈ ਜੀ। ਹਿੰਦੂ ਹੈ ਪਹਾੜੀਏ ਸਾਰੇ, ਕਿਉਂਕਿ ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ, ਵਚਨ ਵਿੱਚ ਜੰਗ, ਯੁੱਧ, ਅਨੇਕ ਤਰ੍ਹਾਂ ਆਪਾਂ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਹਾਂ, ਪਰ ਆਪ ਜੀ ਜਿਸ ਉੱਤੇ ਮਹਿਰਮਤ ਕਰਦੇ ਨੇ, ਜਿਸ ਉੱਤੇ ਬਖਸ਼ਿਸ਼ ਕਰਦੇ ਨੇ, ਕਿਉਂਕਿ ਕੀਰਤਨ ਬਾਣੀ ਦਾ ਇੱਕ ਵੱਡਾ ਆਧਾਰ ਹੈ। ਗੁਰਬਾਣੀ ਦੇ ਰਾਹੀਂ ਰਾਗਾਂ ਦੇ ਵਿੱਚ ਜਦੋਂ ਕੀਰਤੀ ਕੀਤੀ ਜਾਂਦੀ ਹੈ ਪਰਿਪੂਰਨ ਪਰਮਾਤਮਾ ਜੀ ਦੀ, ਤੇ ਫਿਰ ਸਾਧ ਸੰਗਤ, ਇਤਿਹਾਸਕਾਰ, ਵਿਦਵਾਨ ਕਹਿੰਦੇ ਨੇ ਉਹਨਾਂ ਉਸ ਦੀ ਸਮਝ ਜਿਹੜੀ ਹੈ ਉਹ ਜ਼ਿਆਦਾ ਆਉਂਦੀ ਹੈ, ਕਿਉਂਕਿ ਵਿਆਖਿਆ ਜਿਹੜੀ ਹੈ ਉਹ ਤਾਂ ਬੁੱਧੀ ਦੇ ਬਲ ਉੱਤੇ ਖੜੀ ਹੈ, ਉਹ ਤਾਂ ਆਪਣੇ ਆਪਣੇ ਮਤ ਦੇ ਬਲ ਉੱਤੇ ਖੜੀ ਹੈ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ, ਕਿਉਂਕਿ ਜਿਹੋ ਜਿਹਾ ਕਿਸੇ ਦਾ ਮਤ ਹੈ, ਕਿਹੋ ਜਿਹਾ ਕਿਸੇ ਦਾ ਵਿਚਾਰ ਹੈ, ਜਿਹੜੀ ਵਿਆਖਿਆ ਹੈ ਉਹ ਬੁੱਧੀ ਦੇ ਬਲ ਉੱਤੇ ਹੈ। ਨਾਮ ਦੀ ਵਿਆਖਿਆ ਕੋਈ ਕੀ ਕਰੇਗਾ, ਨਾਮ ਦੀ ਪਰਿਭਾਸ਼ਾ ਕੋਈ ਕੀ ਦੇਵੇਗਾ। ਔਰ ਜਿੱਥੇ ਮਹਾਂਪੁਰਖਾਂ ਨੇ, ਸਤਿਪੁਰਖਾਂ ਨੇ ਵਿਸਮਾਦ 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 ਨਾਦ ਹੀ ਪ੍ਰਗਟ ਕੀਤਾ ਹੈ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਵਿੱਚ ਹੀ ਹੈ। ਕਿਉਂਕਿ ਸਾਹਿਬ ਨੇ ਜਦੋਂ ਕੀਰਤਨ ਕੀਤਾ ਤੇ ਕੀਰਤਨ ਸਾਧ ਸੰਗਤ ਜੀ ਸਾਹਿਬ ਨੇ ਰਾਗਾਂ ਦੇ ਵਿੱਚ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 19 ਰਾਗਾਂ ਦੇ ਵਿੱਚ ਗੁਰਬਾਣੀ ਨੂੰ ਗਾਇਨ ਕੀਤਾ, ਕਿਉਂਕਿ ਗੁਰਬਾਣੀ ਰਾਗਾਂ ਦੇ ਰਾਹੀਂ ਉਸ ਪੁਰਖ ਨੂੰ ਸਮਝ ਪੈਂਦੀ ਹੈ ਜਿਹਦੇ ਅੰਦਰ ਗ੍ਰਹਿਣਸ਼ੀਲਤਾ ਹੁੰਦੀ ਹੈ। ਜਿਹਦੇ ਅੰਦਰ ਗ੍ਰਹਿਣਸ਼ੀਲਤਾ ਹੁੰਦੀ ਹੈ ਉਹਨੂੰ ਰਾਗਾਂ ਦੇ ਵਿੱਚ ਬਾਣੀ ਜਿਹੜੀ ਹੈ ਉਹ ਬਹੁਤ ਜਲਦੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਤੇ ਗ੍ਰਹਿਣਸ਼ੀਲਤਾ ਉਸ ਦੇ ਅੰਦਰ ਹੁੰਦੀ ਹੈ ਜਿਸ ਦੇ ਅੰਦਰ ਵਿਸਮਾਦ ਹੁੰਦਾ ਹੈ, ਤੇ ਵਿਸਮਾਦ ਉਸ ਦੇ ਅੰਦਰ ਹੁੰਦਾ ਜਿਹੜਾ ਮਨੁੱਖ ਬਹੁਤਾ ਹਿਸਾਬੀ ਕਿਤਾਬੀ ਜਿਹਾ ਨਾ ਹੋਵੇ, ਜਿਹੜਾ ਮਨੁੱਖ ਬਹੁਤਾ ਚੰਚਲ ਜਿਹਾ ਨਾ ਹੋਵੇ, ਜਿਸ ਦੇ ਅੰਦਰ ਭਾਵ ਪਰਿਪੂਰਨ ਪਰਮਾਤਮਾ ਦੀ ਮਹਿਰਮਤ ਦੇ ਨਾਲ ਜੋ ਨਵਾਜਿਆ ਹੋਵੇ, ਤੇ ਭਾਵ ਜਿਹੜਾ ਹਮੇਸ਼ਾ ਹਿਸਾਬਾਂ ਕਿਤਾਬਾਂ ਦੇ ਵਿੱਚ, ਭਾਵ ਹਮੇਸ਼ਾ ਬਿਮਾਰੀ ਜੀ ਦੇ ਵਿੱਚ, ਇਹਨਾਂ ਲੋਚਾਂ ਜੀਆਂ ਦੇ ਵਿੱਚ, ਚਿੰਤਾਵਾਂ ਜੀਆਂ ਦੇ ਵਿੱਚ ਗ੍ਰਸਿਆ ਰਹਿੰਦਾ, ਉਹਨੂੰ ਬਹੁਤ ਘੱਟ ਸਮਝ ਪੈਂਦੀ ਹੈ। ਵਿਸਮਾਦ ਦੀ ਉਸ ਨੂੰ ਜ਼ਿਆਦਾ ਸਮਝ ਪੈਂਦੀ ਹੈ ਜਿਹੜਾ ਬੇਪਰਵਾਹ ਹੋਵੇ, ਤੇ ਜਿਸ ਦੇ ਅੰਦਰ ਗ੍ਰਹਿਣਸ਼ੀਲਤਾ ਹੋਵੇ। ਜਿਸ ਅੰਦਰ ਗ੍ਰਹਿਣਸ਼ੀਲਤਾ ਹੈ ਉਸ ਅੰਦਰ ਵਿਸਮਾਦ ਹੈ, ਜਿਸ ਅੰਦਰ ਵਿਸਮਾਦ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਰੰਗ ਵਿੱਚ ਰਵਾਚਿਆ, ਕਿਉਂਕਿ ਉਹ ਰਾਗ ਤਾਂ ਉੱਥੇ ਅਨਹਦ ਹੋ ਜਾਂਦੇ ਨੇ। ਉੱਥੇ ਤਾਂ ਇਉਂ ਹੈ ਜਿਵੇਂ ਖਾਲਸਾ ਸਾਜ ਕਰਕੇ ਮਹਾਰਾਜ ਨੇ ਮਨੁੱਖ ਦੀ ਹਸਤੀ ਨੂੰ ਉੱਥੇ ਬਿਲਕੁਲ ਖਤਮ ਕਰ ਦਿੱਤਾ ਜਿੱਥੇ ਖਾਲਸਾ ਸਾਜਿਆ ਹੈ। ਇਸ ਤਰ੍ਹਾਂ ਜਦੋਂ ਰਾਗ ਕਰਦੇ ਕਰਦੇ ਵਿਸਮਾਦ ਤੱਕ ਪਹੁੰਚਦੇ ਨੇ ਤੇ ਉੱਥੇ ਇਹ ਰਾਗ ਵੀ ਉਸੇ ਵਿਸਮਾਦ ਦੇ ਵਿੱਚ ਹੀ ਪੈ ਜਾਂਦੇ ਨੇ, ਕਿਉਂਕਿ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਇਹ ਪੂਰਾ ਸ਼ਬਦ ਜਿਹੜਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਸਾ ਜੀ ਦੀ ਵਾਰ ਦੇ ਵਿੱਚ ਆਪਾਂ ਰੋਜ਼ ਸਰਵਣ ਕਰਦੇ ਹਾਂ। ਉਸ ਵਿਸਮਾਦ ਨਾਦ ਨਾਲ, ਉਸ ਸ਼ਬਦ ਨਾਲ, ਉਸ ਰਾਗਾਂ ਨਾਲ, ਉਸ ਕੀਰਤੀ ਨਾਲ ਸਤਿਪੁਰਖਾਂ ਨੇ, ਮਹਾਂਪੁਰਖਾਂ ਨੇ, ਸਤਿਕਾਰਯੋਗ ਸ਼੍ਰੋਮਣੀ ਸੰਗੀਤ ਪ੍ਰਚਾਰਕ ਮਹਾਂਪੁਰਖ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਹੁਣਾਂ ਨੇ ਪ੍ਰਾਰੰਭ ਕੀਤਾ, ਔਰ ਜੋ ਬਿਲਕੁਲ ਹੂਬਹੂ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਉਸ ਵਿਰਸੇ ਨੂੰ ਸੰਭਾਲ ਰਹੇ ਨੇ, ਉਵੇਂ ਉਵੇਂ
ਇਸ ਵਿਸਮਾਦ ਨਾਲ, ਇਸ ਸ਼ਬਦ ਨਾਲ, ਇਸ ਧੁਨ ਨਾਲ, ਇਸ ਰਾਗ ਨਾਲ ਸੰਗਤ ਨੂੰ ਜੋੜ ਰਹੇ ਨੇ। ਔਰ ਅਸੀਂ ਸਾਰੇ ਅਰਦਾਸ ਕਰੀਏ ਮਹਾਰਾਜ ਕਿਰਪਾ ਕਰਨ, ਇਸ ਤਰ੍ਹਾਂ ਹੀ ਉਹਨਾਂ ਦੇ ਹਿਰਦੇ ਵਿੱਚ ਉਤਸ਼ਾਹ ਬਣਿਆ ਰਹੇ ਔਰ ਗੁਰੂ ਘਰ ਦੀਆਂ ਸੇਵਾਵਾਂ ਮਹਾਰਾਜ ਆਪ ਰਹਿਮਤ ਕਰਕੇ ਪ੍ਰਾਪਤ ਕਰਦੇ ਰਹਿਣ, ਬਖਸ਼ਿਸ਼ਾਂ ਕਰਦੇ ਰਹਿਣ। ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਉਚਾਰਨ ਕਰੋ, ਆਖੋ ਜੀ ਵਾਹਿਗੁਰੂ 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 ਵਾਹਿਗੁਰੂ। ਹੇ ਅਜੁਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੀ ਹੈ ਵੀ ਹੋਵਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਸਗਲ ਦਵਾਰ ਕਉ ਛਾੜ ਕੈ ਗਇਓ ਤੁਹਾਰੋ ਦਵਾਰ, ਵਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਵਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।